हाँ जी, सत श्री अकाल जी सारिਆਂ ਨੂੰ ਮੇਰੇ ਵੱਲੋਂ। मैं ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਵੀਕ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਸੰਬੰਧਿਤ ਜੋ ਵੀ ਘਟਨਾਵਾਂ ਵਾਪਰੀਆਂ ਜਾਂ ਜੋ ਵੀ ਡਿਸੀਜਨ ਲਏ ਗਏ ਉਹਨਾਂ ਬਾਰੇ ਡਿਸਕਸ ਕਰਨਾ, ਤੁਹਾਨੂੰ ਜਾਣਕਾਰੀ ਦੇਣੀ ਹੈ। ਤੇ ਉਹਦੇ ਨਾਲ ਨਾਲ ਅਸੀਂ ਜਿਹੜੇ ਤੁਹਾਡੇ ਕੁਝ ਮੈਨੂੰ ਸਵਾਲ ਆਏ ਨੇ ਉਹਨਾਂ ਦੇ ਜਿਹੜੇ ਜਵਾਬ ਹੈ ਉਹ ਵੀ ਦੇਣੇ ਨੇ। ਤੇ ਅੱਗੇ ਤੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ ਜਿਹੜਾ YouTube ਚੈਨਲ ਆ ਇਹ ਮੇਰਾ ਆਪਣਾ ਚੈਨਲ ਹੈ ਤੇ ਇਹਦੇ ਤੇ ਜਿਹੜੇ ਵੀ ਤੁਹਾਨੂੰ ਸਵਾਲ ਹੋਣ ਜੇ ਤੁਸੀਂ ਉਹਨਾਂ ਨੂੰ ਇਹਦੇ ਥੱਲੇ ਪਾ ਦਿਓਗੇ ਕਮੈਂਟਸ ਦੇ ਵਿੱਚ ਤੇ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ। ਤੇ ਬਾਕੀ ਮੈਂ ਹੋਰ ਵੀ ਜਿਹੜੇ TV ਚੈਨਲਾਂ ਤੇ ਅੱਡ ਇੰਟਰਵਿਊਆਂ ਦਿੰਦਾ ਰਹਿਣਾ ਤੇ ਇਹਦੇ ਨਾਲ ਜਿਹੜਾ ਇਹ ਚੈਨਲ ਹੈ ਇਹਦੇ ਉੱਤੇ ਜੋ ਵੀ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ ਉਹ ਮੈਂ ਆਪ ਦਿਆਂਗਾ। ਤੇ ਇਹਦੇ ਨਾਲ ਜਿਹੜੀ ਆਪਾਂ ਅੱਜ ਗੱਲ ਸ਼ੁਰੂ ਕਰਨੀ ਆ ਉਹ ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਈਡਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਚੇਂਜਸ ਨੇ ਉਹ ਲਿਆਉਣੀਆਂ ਸ਼ੁਰੂ ਕੀਤੀਆਂ ਨੇ। ਤੇ ਟਰੰਪ ਨੇ ਪਹਿਲਾਂ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦੇ ਵਿੱਚ ਰਿਸਟ੍ਰਿਕਸ਼ਨਸ ਲਾਈਆਂ ਸੀ, ਚੇਂਜਸ ਕੀਤੀਆਂ ਸੀ। ਇਮੀਗ੍ਰੇਸ਼ਨ ਦੀਆਂ ਤਕਰੀਬਨ ਸਾਰੀਆਂ ਕੈਟੇਗਰੀਆਂ ਨੂੰ ਉਹਨੇ ਕਾਫੀ ਜ਼ਿਆਦਾ ਜਿਹੜਾ ਸੀ ਉਹ ਕੋਸ਼ਿਸ਼ ਇਹ ਕੀਤੀ ਵੀ ਜਿੰਨੀ ਵੀ ਘੱਟ ਇਮੀਗ੍ਰੇਸ਼ਨ ਹੋ ਸਕੇ, ਚਾਹੇ ਉਹ ਲੀਗਲ ਇਮੀਗ੍ਰੇਸ਼ਨ ਆ, ਚਾਹੇ ਉਹ ਜਿਹੜੇ ਅਨਡਾਕੂਮੈਂਟਡ ਬੰਦੇ ਆਉਂਦੇ ਉਹਨਾਂ ਬਾਰੇ ਆ, ਤੇ ਚਾਹੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਨੇ ਜਿਵੇਂ H1 ਹੋ ਗਿਆ, L1 ਉਹਨਾਂ 'ਤੇ ਜਾਂ ਸਟੂਡੈਂਟ ਵੀਜ਼ੇ ਹੋ ਗਏ ਵੀ ਜਿੰਨੀ ਵੀ ਰਿਸਟ੍ਰਿਕਸ਼ਨ ਹੋ ਸਕੇ ਲਾਈ ਜਾਵੇ। ਇਹਦੇ ਤਹਿਤ ਉਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੇ ਪਿਛਲੇ ਸਾਲ ਜਾਂ ਉਸ ਤੋਂ ਪਹਿਲੇ ਸਾਲਾਂ ਦੇ ਦੌਰਾਨ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਜਿਹੜੀਆਂ ਕਿ ਜਿਹੜਾ ਅਮਰੀਕਾ ਦਾ ਅਸਾਈਲਮ ਦਾ ਪ੍ਰੋਗਰਾਮ ਹੈ, ਪੋਲੀਟੀਕਲ ਅਸਾਈਲਮ ਦਾ, ਉਹਦੇ ਬਾਬਤ ਸੀਗੀਆਂ। ਉਹਦੇ ਵਿੱਚ ਚੇਂਜਸ ਲਿਆਂਦੀਆਂ। ਉਹਦੇ ਨਾਲ ਤੁਹਾਨੂੰ ਪਤਾ ਹੀ ਆ ਬੈਨ ਲਾਏ ਉਹਨੇ, ਜਿਹੜਾ ਕਿ ਪਹਿਲਾਂ April ਤੋਂ ਜੂਨ ਤੱਕ ਸੀ, ਫਿਰ ਜੂਨ ਤੋਂ ਦਸੰਬਰ ਤੱਕ, ਹੁਣ ਦਸੰਬਰ ਤੋਂ ਜਿਹੜਾ 31 ਮਾਰਚ ਤੱਕ ਹੈ। ਤੇ ਉਹਦੇ ਵਿੱਚ ਜਿਹੜਾ US ਸਿਟੀਜ਼ਨ ਦੀ ਜਿਹੜੀ ਕੈਟੇਗਰੀ ਹੈਗੀ ਆ ਹਸਬੈਂਡ ਵਾਈਫ ਦੀ ਜਾਂ 21 ਸਾਲ ਤੋਂ ਘੱਟ ਬੱਚਿਆਂ ਦੀ, ਉਹਨੂੰ ਛੱਡ ਕੇ ਬਾਕੀ ਜਿੰਨੀਆਂ ਕੈਟੇਗਰੀਆਂ ਨੇ, ਚਾਹੇ ਉਹ US ਸਿਟੀਜ਼ਨ ਦੇ ਮਾਂ-ਬਾਪ ਦੀ ਆ, ਚਾਹੇ US ਸਿਟੀਜ਼ਨ ਦੇ ਭੈਣ ਭਰਾਵਾਂ ਦੀ ਆ, ਚਾਹੇ US ਸਿਟੀਜ਼ਨ ਜਿਹੜੇ ਨੇ ਆਪਣੇ ਬੱਚਿਆਂ ਨੂੰ ਅਪਲਾਈ ਕਰਦੇ ਨੇ ਓਵਰ 21 ਨੂੰ, ਜਿਹੜੇ ਮੈਰਿਡ ਜਾਂ ਅਨਮੈਰਿਡ ਨੇ, ਚਾਹੇ ਗ੍ਰੀਨ ਕਾਰਡ ਹੋਲਡਰ ਆਪਣੇ ਸਪਾਊਸਿਸ ਨੂੰ, ਹਸਬੈਂਡ ਵਾਈਫ ਨੂੰ ਅਪਲਾਈ ਕਰਦੇ ਨੇ ਜਾਂ ਆਪਣੇ ਬੱਚਿਆਂ ਨੂੰ, ਚਾਹੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਆਪਣੇ ਅਨਮੈਰਿਡ ਬੱਚਿਆਂ ਨੂੰ ਕਰਦੇ ਨੇ, ਸਾਰੀਆਂ ਕੈਟੇਗਰੀਆਂ 'ਤੇ ਬੈਨ ਲਾਇਆ। ਜਿਹਦੇ ਨਾਲ ਕਿ ਇਹ ਇਫੈਕਟ ਇਹ ਹੋਇਆ ਵੀ ਉਹ ਸਾਰੀਆਂ ਕੈਟੇਗਰੀਆਂ ਜਿਹੜੀਆਂ ਸੀ ਉਹ ਪਿੱਛੇ ਚਲੀਆਂ ਗਈਆਂ। ਕੁਛ ਜਿਹੜਾ ਕੋਵਿਡ ਆ ਗਿਆ ਇਹਦੇ ਕਰਕੇ ਜਿਹੜੀਆਂ ਇੰਟਰਵਿਊਜ਼ ਨੇ ਉਹ ਬਹੁਤ ਘੱਟ ਹੁਣ ਐਮਬੈਸੀ ਦੇ ਰਹੀ ਆ। ਤੇ ਇੱਥੇ ਵੀ ਜਿਹੜੀਆਂ ਹੁਣ ਇਮੀਗ੍ਰੇਸ਼ਨ 'ਚ ਇੰਟਰਵਿਊਆਂ ਹੋ ਰਹੀਆਂ ਨੇ ਉਹ ਅੱਗੇ ਨਾਲੋਂ ਘੱਟ ਨੇ ਤੇ ਉਹਦੇ ਨਾਲ ਇੱਕ ਫਰਦਰ ਡਿਲੇ ਇੱਕ ਹੋਰ ਜ਼ਿਆਦਾ ਹੋ ਗਈ। ਇਹਦੇ ਨਾਲ ਜਿਹੜਾ ਸਿਟੀਜ਼ਨਸ਼ਿਪ ਦਾ ਪ੍ਰੋਸੈਸ ਹੈ ਅਮਰੀਕਾ ਦੇ ਵਿੱਚ ਉਹਦੇ ਵਿੱਚ ਵੀ ਭਾਰੀ ਡਿਲੇ ਆ। ਅੱਗੇ ਜੇ ਆਪਾਂ ਅਪਲਾਈ ਕਰਦੇ ਸੀ ਤਾਂ 3-4 ਮਹੀਨੇ 'ਚ ਇੰਟਰਵਿਊ ਆ ਜਾਂਦੀ ਸੀ, ਹੁਣ ਅੱਜ ਕੱਲ੍ਹ ਉਹਨੂੰ ਸਾਲ ਤੋਂ ਉੱਤੇ ਸਮਾਂ ਲੱਗ ਰਿਹਾ। ਇਹਦੇ ਨਾਲ ਜਿਹੜੀ ਲੀਗਲ ਇਮੀਗ੍ਰੇਸ਼ਨ ਹੈ ਇਹਦੇ 'ਚ ਉਹਨੇ ਹੋਰ ਵੀ ਚੇਂਜਸ ਕੀਤੀਆਂ ਟਰੰਪ ਨੇ। ਉਹ ਇੱਕ ਤਾਂ ਇਹ ਕੀਤੀ ਕਿ ਪਬਲਿਕ ਚਾਰਜ ਦਾ ਰੂਲ ਬਣਾਇਆ ਗਿਆ ਜੋ ਕਿ ਟਾਰਗੇਟਡ ਸੀ ਵੀ ਜਿਹੜੇ ਬੰਦਿਆਂ ਨੇ ਗਵਰਨਮੈਂਟ ਤੋਂ ਕੋਈ ਅਸਿਸਟੈਂਸ ਲਈ ਆ ਉਹਨਾਂ ਦੇ ਜਿਹੜੇ ਰਿਲੇਟਿਵਸ ਵਗੈਰਾ ਨੇ ਉਹ ਜੇ ਆਉਣਗੇ ਤਾਂ ਉਹਨਾਂ ਨੂੰ ਵੀਜ਼ਾ ਜਿਹੜਾ ਹੈਗਾ ਉਹ ਨਾ ਕੀਤੀ ਜਾ ਸਕਦੀ ਹੈ ਵੀਜ਼ੇ ਦੀ। ਦੂਸਰਾ ਜਿਹੜਾ ਕੀਤਾ ਗਿਆ ਉਹ ਇੱਕ ਹੋਰ ਕੀਤਾ ਗਿਆ ਇਹਦੇ ਤਹਿਤ ਹੀ ਕਿ ਜਿਹੜਾ ਬੰਦਾ ਬਾਹਰੋਂ ਆਵੇ ਉਹ ਹੈਲਥ ਇੰਸ਼ੋਰੈਂਸ ਲੈ ਕੇ ਆਵੇ। ਹੁਣ ਹੈਲਥ ਇੰਸ਼ੋਰੈਂਸ ਅਮਰੀਕਾ 'ਚ ਲੈਣ ਵਾਸਤੇ ਇੱਥੋਂ ਦਾ ਸੋਸ਼ਲ ਸਿਕਿਉਰਿਟੀ ਨੰਬਰ ਚਾਹੀਦਾ, ਇੱਥੋਂ ਦੀ ਜਿਹੜੀ ਹੈਗੀ ਰੈਜ਼ੀਡੈਂਸੀ ਚਾਹੀਦੀ ਹੈ। ਜਿਹੜਾ ਕਦੇ ਅਮਰੀਕਾ ਆਇਆ ਹੀ ਨਹੀਂ ਉਹ ਅਮਰੀਕਾ 'ਚ ਹੈਲਥ ਇੰਸ਼ੋਰੈਂਸ ਕਿਸ ਤਰ੍ਹਾਂ ਲੈ ਸਕਦਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕੀਤੀਆਂ ਗਈਆਂ। ਸੋ ਇਹਦੇ ਬਾਰੇ ਜਿਹੜੀਆਂ ਉਹਦੀ ਕੋਸ਼ਿਸ਼ ਇਹ ਸੀਗੀ ਕਿ ਜਿੰਨੀ ਵੀ ਇਮੀਗ੍ਰੇਸ਼ਨ ਘੱਟ ਕੀਤੀ ਜਾਵੇ, ਲੋਕ ਘੱਟ ਅਮਰੀਕਾ 'ਚ ਆਉਣ ਅਤੇ ਉਹਨਾਂ ਅਮਰੀਕਾ ਲਈ ਚੰਗਾ। ਜੋ ਕਿ ਜਿਹੜੀ ਹਿਸਟਰੀ ਆ ਜਾਂ ਜਿਹੜੇ ਫੈਕਟਸ ਨੇ ਉਹ ਸ਼ੋਅ ਕਰਦੇ ਨੇ ਕਿ ਅਮਰੀਕਾ ਨੂੰ ਹਮੇਸ਼ਾ ਇਮੀਗ੍ਰੇਸ਼ਨ ਦਾ ਫਾਇਦਾ ਹੋਇਆ। ਜਿੰਨੇ ਵੀ ਲੋਕ ਅਮਰੀਕਾ ਦੇ ਵਿੱਚ ਵੱਧ ਆਏ ਉਨੇ ਹੀ ਜ਼ਿਆਦਾ ਅਮਰੀਕਾ ਦੀ ਜਿਹੜੀ ਇਕੋਨਮੀ ਗਰੋ ਹੋਈ ਅਤੇ ਅੱਡ ਬਿਜ਼ਨਸ ਗਰੋ ਹੋਏ। ਹੁਣ ਇਕੋਨਮੀ ਜਿਹੜੀ ਆ ਇਹਨੂੰ ਜਿੱਥੇ ਡਾਕਟਰਾਂ ਦੀ ਲੋੜ ਆ, ਨਰਸਾਂ ਦੀ ਲੋੜ ਆ, ਇੰਜੀਨੀਅਰਸ ਦੀ ਲੋੜ ਆ, ਉੱਥੇ ਨਾਲ ਫਾਰਮ ਵਰਕਰਸ ਦੀ ਵੀ ਲੋੜ ਆ। ਜਿਹੜੇ ਬੰਦੇ ਕੰਸਟਰਕਸ਼ਨ ਦਾ ਕੰਮ ਕਰਦੇ ਉਹਨਾਂ ਦੀ ਵੀ ਲੋੜ ਆ, ਜਿਹੜੇ ਗੈਸ ਸਟੇਸ਼ਨਾਂ 'ਤੇ ਕੰਮ ਕਰਦੇ ਉਹਨਾਂ ਦੀ ਵੀ ਲੋੜ ਆ, ਜਿਹੜੇ ਕਲੀਨਿੰਗ ਵਾਲੇ ਆ ਉਹਨਾਂ ਦੀ ਵੀ ਲੋੜ ਆ, ਜਿਹੜੇ ਕਾਰ ਵਾਸ਼ 'ਤੇ ਕੰਮ ਕਰਦੇ ਆ ਉਹਨਾਂ ਦੀ ਵੀ ਲੋੜ ਆ। ਸੋ ਇਹ ਹਰ ਕਿਸਮ ਦੇ ਬੰਦੇ ਦੀ ਲੋੜ ਆ। ਟਰੱਕ ਡਰਾਈਵਰ ਦੀ ਲੋੜ ਆ, ਟੈਕਸੀ ਡਰਾਈਵਰ ਦੀ ਲੋੜ ਆ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਸਰਟਨ ਅਮਾਊਂਟ ਜਿਹੜੇ ਕੋਈ ਸਰਟਨ ਕਿਸਮ ਦੇ ਬੰਦੇ ਆਉਣਗੇ ਜਾਂ ਜਿਹੜੀ ਸਰਟਨ ਅਮਾਊਂਟ ਅਰਨ ਕਰਦੇ ਆ ਉਹਨਾਂ ਦੀ ਹੀ ਲੋੜ ਆ। ਸੋ ਇਹਦੇ 'ਚ ਜਿਹੜਾ ਭਾਵੇਂ ਜਿਹੜਾ ਮਿਨੀਮਮ ਵੇਜ ਅਰਨ ਕਰਦਾ ਉਹ ਵੀ ਇਕੋਨਮੀ ਲਈ ਜਿਹੜਾ ਫਾਇਦੇਮੰਦ ਆ, ਇੱਕ ਜਿਹੜਾ ਬਹੁਤ ਜ਼ਿਆਦਾ ਅਰਨ ਕਰਦਾ ਉਹ ਵੀ ਫਾਇਦੇਮੰਦ ਆ। ਸੋ ਇਹਨੂੰ ਹਿਸਟਰੀ ਨੇ ਪ੍ਰੂਵ ਕੀਤਾ ਅਤੇ ਅਮਰੀਕਨ ਲੋਕਾਂ ਨੇ ਜਿਹੜੀਆਂ ਉਹਦੀਆਂ ਇਹ ਪਾਲਿਸੀਆਂ ਸੀਗੀਆਂ ਟਰੰਪ ਦੀਆਂ ਉਹਨਾਂ ਨੂੰ ਰਿਜੈਕਟ ਕੀਤਾ ਅਤੇ ਉਹਨੂੰ ਹਰਾਇਆ। ਅਤੇ ਹਾਰਨ ਦੇ ਹੋਰ ਵੀ ਕਾਰਨ ਕਾਫੀ ਸੀ, ਪਰ ਇੱਕ ਇਹ ਵੀ ਇਮੀਗ੍ਰੇਸ਼ਨ ਦਾ ਕਾਰਨ ਸੀ। ਉਹਨੇ ਜਿੰਨੀ ਇਹਦੇ 'ਚ ਤੰਗੀ ਕੀਤੀ
ਤੇ ਉਹਦੇ ਨਾਲ ਜੋ ਬਾਈਡਨ ਜਿਹੜੇ ਸੀ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ। ਹੁਣ ਜੋ ਬਾਈਡਨ ਦੇ ਬਣਨ ਤੋਂ ਬਾਅਦ ਇਹਨਾਂ ਨੇ ਜਿਵੇਂ ਕਿ ਵਾਅਦਾ ਕੀਤਾ ਸੀ ਉਸ ਤਰ੍ਹਾਂ ਚੱਲਦਿਆਂ ਜੋ ਟਰੰਪ ਨੇ ਇਮੀਗ੍ਰੇਸ਼ਨ ਦੇ ਵਿੱਚ ਰਿਸਟ੍ਰਿਕਸ਼ਨਸ ਲਾਈਆਂ ਸੀ ਉਹਨਾਂ ਨੂੰ ਚੇਂਜ ਕਰਨ ਦੀ, ਉਹਨਾਂ ਨੂੰ ਜ਼ਿਆਦਾ ਲਿਬਰਲਾਈਜ਼ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕੀਤਾ। ਤੇ ਉਹ ਪ੍ਰੋਸੈਸ ਦੇ ਤਹਿਤ ਉਹਨਾਂ ਨੇ ਪਹਿਲਾਂ ਤਾਂ ਐਗਜ਼ੈਕਟਿਵ ਆਰਡਰ ਕੀਤੇ ਜਿਨ੍ਹਾਂ ਵਿੱਚ ਕਿ ਜਿਹੜੀ ਟਰੰਪ ਦੀਵਾਰ ਬਣਾ ਰਿਹਾ ਸੀਗਾ, ਜਿਹੜੀ ਵਾਲ ਸੋ ਕਾਲਡ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਤੇ ਆ, ਉਹਨੂੰ ਬੰਦ ਕੀਤਾ ਕਿਉਂਕਿ ਜਿਹੜੀ ਵਾਲ ਸੀਗੀ ਉਹ ਜਿਹੜੀ ਕਾਂਗਰਸ ਦੁਆਰਾ ਉਹ ਜਿਹੜੀ ਫੰਡਿੰਗ ਨਹੀਂ ਸੀ ਕੀਤੀ ਗਈ, ਆਥੋਰਾਈਜ਼ ਨਹੀਂ ਸੀ। ਉਹ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਉਹਦੇ ਜਿਹੜੇ ਸੀਗੇ ਫੰਡਸ ਉਹਨਾਂ ਤੋਂ ਲੈ ਕੇ ਕੀਤੀ ਜਾ ਰਹੀ ਸੀ। ਤੇ ਉਹਦੇ ਨਾਲ ਇਹਨਾਂ ਨੇ ਜਿਹੜੇ ਵੀ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਵੀ ਜਿਹੜੇ ਰੂਲਸ ਕੋਈ ਵੀ ਡਿਪਾਰਟਮੈਂਟ ਟਰੰਪ ਦੇ ਬਣਾਏ ਹੋਏ ਇੰਪਲੀਮੈਂਟ ਨਾ ਕਰੇ। ਤੇ ਜਿਹੜੇ ਡਿਪਾਰਟਮੈਂਟ ਦਾ ਪੋਲੀਟੀਕਲ ਹੈੱਡ ਹੁਣ ਉਹਨਾਂ ਨੇ ਅਪੁਆਇੰਟ ਜਿਹੜੇ ਕਿ ਸੈਕਟਰੀਜ਼ ਨੇ ਉਹਨਾਂ ਤੋਂ ਜਿਹੜਾ ਪੁੱਛੇ ਬਿਨਾਂ ਕੋਈ ਵੀ ਰੂਲ ਇੰਪਲੀਮੈਂਟ ਨਾ ਹੋਵੇ, ਜਿਹਦੇ ਵਿੱਚ ਕਿ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਵੀ ਹੈ ਜਿਹਦੇ ਅੰਡਰ USCIS ਆਉਂਦੀ ਆ, ਡਿਪਾਰਟਮੈਂਟ ਆਫ ਸਟੇਟ ਵੀ ਆ, ਅਟਾਰਨੀ ਜਨਰਲ ਦਾ ਵੀ ਆ, ਸਾਰੇ ਆ। ਤੇ ਉਹਦੇ ਨਾਲ ਉਹਨਾਂ ਨੇ ਜਿਹੜਾ ਡਾਕਾ ਦਾ ਪ੍ਰੋਗਰਾਮ ਸੀਗਾ ਜਿਹਨੂੰ ਕਿ ਟਰੰਪ ਨੇ ਮਤਲਬ ਬੰਦ ਕੀਤਾ ਸੀ ਆਪਣੇ ਕਾਰਜਕਾਲ ਦੌਰਾਨ, ਉਸ ਤੋਂ ਬਾਅਦ ਕੋਰਟ ਨੇ ਉਹਦਾ ਜਿਹੜਾ ਬੈਨ ਸੀ ਤੋੜਿਆ। ਫਿਰ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ 'ਚ ਗਿਆ। ਸੁਪਰੀਮ ਕੋਰਟ ਨੇ ਵੀ ਲਾਸਟ ਈਅਰ ਇਹ ਫੈਸਲਾ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਹੀ ਫੋਲੋ ਨਹੀਂ ਕੀਤਾ। ਤੇ ਉਹਦੇ ਕਰਕੇ ਉਹ ਡਾਕਾ ਦਾ ਪ੍ਰੋਗਰਾਮ ਦੁਆਰਾ ਰੀਇਨਸਟੇਟ ਹੋ ਗਿਆ। ਡਾਕਾ ਉਹਨਾਂ ਬੱਚਿਆਂ ਲਈ ਹੈ ਜਿਹੜੇ ਕਿ ਅਨਡਾਕੂਮੈਂਟਡ ਛੋਟੀ ਉਮਰ 'ਚ ਆਪਣੇ ਮਾਂ-ਬਾਪ ਨਾਲ ਆਏ ਸੀ, ਇੱਥੇ ਸਕੂਲ 'ਚ ਗਏ ਆ ਤੇ ਉਹ ਇੱਥੇ ਹੀ ਵੱਡੇ ਹੋਏ ਆ, ਪਲੇ ਆ, ਜੋ ਕਿ ਅਮਰੀਕਾ ਜੰਮੇ ਤਾਂ ਨਹੀਂ, ਕਿਉਂਕਿ ਜਿਹੜਾ ਅਮਰੀਕਾ ਜੰਮਦਾ ਉਹ ਸਿਟੀਜ਼ਨ ਬਣ ਜਾਂਦਾ, ਪਰ ਜਿਹੜੇ ਕਿ ਇੱਥੇ ਛੋਟੀ ਉਮਰ 'ਚ ਆ ਕੇ ਤਾਂ ਮੁੜ ਕੇ ਇੱਥੇ ਸਕੂਲ ਗਏ ਉਹਨਾਂ ਨੂੰ ਕਿਸੇ ਹੋਰ ਮੁਲਕ ਦਾ ਪਤਾ ਹੀ ਨਹੀਂ। ਸੋ ਉਹਨਾਂ ਨੂੰ ਵਾਪਸ ਭੇਜਣਾ ਜਿਹੜਾ ਜਾਂ ਉਹਨਾਂ ਦੇ ਡੈਪੂਟੇਸ਼ਨ ਲਾਉਣੀ ਜਾਂ ਕਹਿਣਾ ਇਹ ਵਾਪਸ ਜਾਣ, ਉਹ ਬੜਾ ਵੱਡਾ ਜੁਰਮ ਹੈ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਮੁਲਕ ਦਾ ਜਿੱਥੋਂ ਆਏ ਉਹਦੇ ਬਾਰੇ ਕੁਝ ਵੀ ਨਹੀਂ ਪਤਾ, ਨਾ ਉਹਨਾਂ ਦਾ ਕੋਈ ਉੱਥੇ ਉਹਨਾਂ ਮੁਲਕਾਂ 'ਚ ਘਰ ਘਾਟ ਆ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਰਹਿਣ ਦੀ ਜਿਹੜੀ ਆਗਿਆ ਦੇਣੀ ਜਾਂ ਪੱਕਾ ਕਰਨਾ ਇਹ ਬਹੁਤ ਜ਼ਰੂਰੀ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਦੇ ਉੱਪਰ ਜਿਹੜੀ ਉਹ ਕਾਰਵਾਈ ਕਰ ਰਹੀ ਆ ਵੀ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਪੱਕਾ ਕੀਤਾ ਜਾਵੇ। ਉਹਦੇ ਬਾਰੇ ਉਹ ਪ੍ਰੋਗਰਾਮ ਦੁਬਾਰਾ ਬਾਈਡਨ ਨੇ ਰੀਇਨਸਟੇਟ ਕੀਤਾ। ਤੇ ਉਹਦੇ ਨਾਲ ਉਹਨਾਂ ਨੇ ਜਿਹੜਾ ਸੈਂਸਸ ਦੇ ਨਾਲ ਟਰੰਪ ਨੇ ਛੇੜਖਾਨੀ ਕੀਤੀ ਸੀ। ਜਿਹੜਾ ਕਿ ਸੈਂਸਸ ਇੱਥੇ ਹੁੰਦੀ ਆ ਕਿ ਲੋਕਾਂ ਦੀ ਜਿਹੜੀ ਹੈਗੀ ਆ ਉਹ ਜਨਗਣਨਾ ਹੁੰਦੀ ਹੈ, ਗਿਣੇ ਜਾਂਦੇ ਆ ਵੀ ਕਿੰਨੇ ਲੋਕ ਇੱਥੇ ਰਹਿ ਰਹੇ ਆ, ਕਿੰਨੀ ਆਬਾਦੀ ਵਧੀ ਹੈ, ਕਿਹੜੇ ਸ਼ਹਿਰ ਦੀ, ਕਿਹੜੀ ਸਟੇਟ ਦੀ। ਉਹਦੇ 'ਚ ਉਹਨੇ ਐਗਜ਼ੈਕਟਿਵ ਆਰਡਰ ਕੀਤਾ ਸੀ ਵੀ ਜਿਹੜੇ ਸਿਟੀਜ਼ਨ ਨਹੀਂ ਹੈਗੇ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਹੈਗੇ ਵੀ ਇਹਨਾਂ ਬੰਦਿਆਂ ਨੂੰ ਆਪਾਂ ਜਿਹੜਾ ਹੈਗਾ ਉਹ 'ਚੋਂ ਕੱਢਿਆ, ਸੈਂਸਸ 'ਚੋਂ ਕੱਢੀਏ। ਉਹਦਾ ਵੀ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਸਹਿਮਤ ਨਹੀਂ ਹੋਈ ਕਿਉਂਕਿ ਉਹਦਾ ਰੀਜ਼ਨ ਹੈ ਕਿ ਜਿਹੜਾ US ਕੌਂਸਟੀਟਿਊਸ਼ਨ ਆ ਉਹ ਇਸ ਗੱਲ ਦੀ ਡਿਸਟਿੰਕਸ਼ਨ ਨਹੀਂ ਕਰਦਾ ਕਿ ਸੈਂਸਸ ਲਈ ਸਿਰਫ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਉਹੀ ਉਹਦੇ ਵਿੱਚ ਰੱਖਿਆ ਜਾਵੇ। ਉਹਦੇ ਵਾਸਤੇ ਜਿਹੜਾ ਬੰਦਾ ਵੀ ਇੱਥੇ ਰਹਿ ਰਿਹਾ ਕਿਉਂਕਿ ਉਹ ਅਮਰੀਕਾ ਦਾ ਹਵਾ ਪਾਣੀ ਦਾ ਇਸਤੇਮਾਲ ਕਰ ਰਿਹਾ, ਉਹ ਅਮਰੀਕਾ ਦਾ ਖਾਣਾ ਖਾ ਰਿਹਾ, ਅਮਰੀਕਾ ਦੀ ਸਪੇਸ ਯੂਜ਼ ਕਰ ਰਿਹਾ, ਅਮਰੀਕਾ 'ਚ ਰਹਿ ਰਿਹਾ, ਸੋ ਉਹਨੂੰ ਗਿਣਨਾ ਪੈਂਦਾ ਉਹ ਚਾਹੇ ਇੱਥੇ ਉਹਦੇ ਕੋਲੇ ਅਮਰੀਕਾ ਦੀ ਸਿਟੀਜ਼ਨਸ਼ਿਪ ਹੈ ਜਾਂ ਨਹੀਂ ਆ। ਉਹ ਜਿਹੜਾ ਰੂਲ ਸੀ ਉਹਨੂੰ ਵੀ ਰੀਇਨਸਟੇਟ ਕੀਤਾ। ਬਾਈਡਨ ਨੇ ਕਿਹਾ ਵੀ ਸੈਂਸਸ ਦੇ ਵਿੱਚ ਤੁਸੀਂ ਇਸ ਗੱਲ ਨੂੰ ਯੂਜ਼ ਕਰਕੇ ਕਿ ਇਹਨਾਂ ਬੰਦਿਆਂ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ ਜਾਂ ਗ੍ਰੀਨ ਕਾਰਡ ਨਹੀਂ ਹੈਗਾ, ਸੈਂਸਸ 'ਚੋਂ ਨਹੀਂ ਕੱਢ ਸਕਦੇ। ਸੋ ਉਹ ਵੀ ਐਗਜ਼ੈਕਟਿਵ ਆਰਡਰ ਕੀਤਾ। ਉਹਦੇ ਨਾਲ ਜਿਹੜੇ ਹੁਣ ਆ ਜਿਹੜਾ ਵੀਕ ਲੰਘਿਆ ਇਹਦੇ ਵਿੱਚ ਐਗਜ਼ੈਕਟਿਵ ਆਰਡਰ ਹੋਏ ਨੇ, ਉਹ 3 ਐਗਜ਼ੈਕਟਿਵ ਆਰਡਰਾਂ ਬਾਰੇ ਵੀ ਆਪਾਂ ਗੱਲ ਕਰਨੀ ਹੈ। ਜਿਹੜੇ ਕਿ ਉਹ 3 ਜਿਹੜੇ ਮੋਰ ਇੰਪੋਰਟੈਂਟ ਨੇ ਉਹ 'ਚ ਪਹਿਲਾ ਤਾਂ ਹੈਗਾ ਕਿ ਕ੍ਰੀਏਸ਼ਨ ਆਫ ਫੈਮਿਲੀ ਯੂਨੀਫਿਕੇਸ਼ਨ ਟਾਸਕ ਫੋਰਸ। ਟਰੰਪ ਦੇ ਕਾਲ ਦੌਰਾਨ ਕੀ ਹੋਇਆ ਵੀ ਜਿਹੜੇ ਲੋਕ ਆਪਣੀਆਂ ਫੈਮਲੀਆਂ ਨਾਲ ਆਏ, ਜਿਵੇਂ ਹਸਬੈਂਡ ਵਾਈਫ, ਬੱਚੇ ਛੋਟੇ ਆਏ, ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਤੋਂ ਅੱਡ ਕਰ ਦਿੱਤਾ ਗਿਆ, ਮਾਂ-ਬਾਪ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਬੱਚਿਆਂ ਨੂੰ ਇੱਥੇ ਉਹ ਕਈਆਂ ਨੂੰ ਡਿਪੋਰਟ ਨਹੀਂ ਕਰ ਸਕੇ। ਸੋ ਬੱਚਿਆਂ ਦਾ ਬੜਾ ਵੱਡਾ ਕ੍ਰਾਈਸਿਸ ਬਣਿਆ ਵੀ ਉਹ ਬੱਚਿਆਂ ਨੂੰ ਇਹੀ ਨਹੀਂ ਪਤਾ ਵੀ ਕਿੱਥੋਂ ਆਏ ਆ, ਉਹਨਾਂ ਦੇ ਕੌਣ ਮਾਂ-ਬਾਪ ਨੇ, ਇੰਨੇ ਛੋਟੇ ਨੇ ਬੱਚੇ। ਤੇ ਇਸ ਕਰਕੇ ਉਹ ਹੁਣ ਜਿਹੜੀ ਸਰਕਾਰ ਆ ਉਹਨੇ ਇੱਕ ਜਿਹੜੀ ਹੈਗੀ ਆ ਉਹ ਪਾਲਿਸੀ ਬਣਾਈ ਆ ਬਾਈਡਨ ਨੇ ਕਿ ਜਿਹੜਾ ਟਰੰਪ ਦਾ ਆਰਡਰ ਸੀਗਾ ਵੀ ਫੈਮਲੀਆਂ ਨੂੰ ਸੈਪਰੇਟ ਕੀਤਾ ਜਾਵੇ। ਦੇਖੋ ਜੇ ਆਪਾਂ ਦੇਖੀਏ ਈਵਨ ਹਿਊਮਨ ਰਾਈਟ ਦੇ ਪੁਆਇੰਟ ਆਫ ਵਿਊ ਨਾਲ ਵੀ ਕਿੱਡਾ ਵੱਡਾ ਜ਼ੁਲਮ ਸੀ ਇਹ ਕਿ ਉਹਨੇ ਆਰਡਰ ਕੀਤਾ ਸੀ ਵੀ ਜਦੋਂ ਫੈਮਲੀ ਆਉਂਦੀ ਆ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਕਰ ਦਿਓ। ਹੁਣ ਬੱਚਿਆਂ ਨੂੰ, ਛੋਟਿਆਂ ਨੂੰ ਮਾਂ-ਬਾਪ ਤੋਂ ਅੱਡ ਕਰਨਾ ਇੱਕ ਬਾਹਰ ਦੇ ਮੁਲਕ ਦੇ ਵਿੱਚ, ਇਹਦੇ ਨਾਲ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਵੀ ਬੱਚਿਆਂ ਦੀ ਮੈਂਟਲ ਹੈਲਥ ਤੇ ਮਾਂ-ਬਾਪ ਦੀ ਹੈਲਥ 'ਤੇ ਕੀ ਅਸਰ ਪੈਂਦਾ ਹੋਊਗਾ। ਤੇ ਉਸ ਜਿਹੜਾ ਟਰੰਪ ਨੇ ਆਰਡਰ ਕੀਤਾ ਸੀ ਉਸ ਆਰਡਰ ਨੂੰ ਬਾਈਡਨ ਨੇ ਖ਼ਤਮ ਕੀਤਾ। ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤਾ ਕਿ ਇਹ ਜਿਹੜਾ ਆਰਡਰ ਹੈਗਾ ਜਿਹੜਾ ਕਿ ਇਹ ਕਹਿੰਦਾ ਵੀ ਬੱਚਿਆਂ ਨੂੰ ਮਾਂ-ਬਾਪ ਨਾਲ ਅੱਡ ਕੀਤਾ ਜਾਵੇ, ਇਹ ਆਰਡਰ ਅੱਜ ਤੋਂ ਜਿਹੜਾ ਕੈਂਸਲ ਕੀਤਾ ਜਾਂਦਾ। ਹੁਣ ਬੱਚੇ ਮਾਂ-ਬਾਪ ਤੋਂ ਅੱਡ ਨਹੀਂ ਹੋਣਗੇ ਜਿਹੜੇ ਕੋਈ ਇੱਥੇ ਆਉਣਗੇ। ਨਾਲੇ ਉਹਨਾਂ ਨੇ ਇੱਕ ਟਾਸਕ ਫੋਰਸ ਬਣਾਈ ਆ ਜਿਹੜੀ ਕਿ ਉਹਦਾ ਇੰਚਾਰਜ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਹੋਏਗਾ
ਤੇ ਉਹਦੇ 'ਚ ਇਹ ਕੀਤਾ ਵੀ ਉਹ ਆਇਡੈਂਟੀਫਾਈ ਕਰੇ ਵੀ ਜਿਹੜੇ ਬੱਚੇ ਇੱਥੇ ਹੁਣ ਅਮਰੀਕਾ ਦੇ ਵਿੱਚ ਪਹਿਲੇ ਜਿਹੜੇ ਲਾਸਟ ਈਅਰ ਜਾਂ ਉਸ ਤੋਂ ਪੁਰਾਣੇ ਸਾਲਾਂ 'ਚ ਆਏ ਆ ਉਹ ਰਹਿ ਰਹੇ ਆ, ਉਹਨਾਂ ਦੇ ਮਾਂ-ਬਾਪ ਪਤਾ ਨਹੀਂ ਕਿੱਥੇ ਨੇ, ਵੀ ਉਹਨਾਂ ਦੇ ਮਾਂ-ਬਾਪ ਨੂੰ ਲੱਭਿਆ ਜਾਵੇ ਤੇ ਉਹਨਾਂ ਨੂੰ ਬੱਚਿਆਂ ਨਾਲ ਜਿਹੜਾ ਯੂਨਾਈਟ ਕੀਤਾ ਜਾਵੇ। ਇਹ ਉਹਨਾਂ ਨੇ ਸ਼ੁਰੂ ਕੀਤਾ ਤੇ ਉਹ ਜਿਹੜਾ ਡਾਟਾ ਉਹ ਦੱਸਦਾ ਵੀ ਤਕਰੀਬਨ 5000 ਇੱਦਾਂ ਦੇ ਪਰਿਵਾਰ ਨੇ ਜਿਹੜੇ ਕਿ ਟਰੰਪ ਦੇ ਕਾਰਜਕਾਲ ਜਿਹੜਾ ਉਹਦਾ ਸੀਗਾ ਟੈਨਿਓਰ ਉਹਦੇ ਦੌਰਾਨ ਆਏ ਤੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਮਾਂ-ਬਾਪ ਤੋਂ ਸੈਪਰੇਟ ਕੀਤਾ ਗਿਆ। ਹੁਣ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਕਿੰਨਾ ਇਹ ਜਿਹੜਾ ਡਿਸੀਜਨ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਿ 5000 ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਤੋਂ ਸੈਪਰੇਟ ਕੀਤਾ ਜਾਵੇ। ਇਹ ਕਿੰਨਾ ਇੱਕ ਕਿਸਮ ਦਾ ਜਿਹੜਾ ਹੈ ਡਿਸੀਜਨ ਕਰੂਅਲ ਸੀ ਤੇ ਹਿਊਮਨ ਰਾਈਟ ਦੀ ਜਿਹੜੀ ਹੈਗੀ ਆ ਉਹ ਕਿੰਨੀ ਵੱਡੀ ਵਾਇਲੇਸ਼ਨ ਸੀਗੀ। ਤੇ ਉਹਨਾਂ ਚੋਂ ਤਕਰੀਬਨ ਜਿਹੜਾ ਆਪਣਾ ਡਾਟਾ ਸਰਕਾਰੀ ਦੱਸਦਾ ਵੀ 1000 ਜਿਹੜੇ ਬੱਚੇ ਨੇ ਉਹ ਇੱਦਾਂ ਦੇ ਅੱਜ ਨੇ ਜਿਨ੍ਹਾਂ ਨੂੰ ਕਿ ਉਹਦੇ ਮਾਂ-ਬਾਪ ਦੇ ਨਾਲ ਦੁਬਾਰਾ ਯੂਨਾਈਟ ਨਹੀਂ ਕੀਤਾ ਜਾ ਸਕਿਆ ਅੱਜ ਵੀ। ਸੋ ਉਹਨਾਂ ਦਾ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਮਾਂ-ਬਾਪ ਕਿੱਥੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਯੂਨਾਈਟ ਕਰਨਗੇ। ਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਗਿਆ, ਬੱਚੇ ਇੱਥੇ ਹੀ ਨੇ। ਸੋ ਉਹਨਾਂ ਨੂੰ ਉਹਨਾਂ ਨਾਲ ਇਕੱਠਾ ਕਰਨ ਵਾਸਤੇ ਜਿਹੜੀ ਹੈਗੀ ਆ ਇਹ ਟਾਸਕ ਫੋਰਸ ਬਣਾਈ ਗਈ ਆ ਤੇ ਇਹਦਾ ਹੁਣ ਇਹ ਕੰਮ ਹੋਊਗਾ ਕਿ ਇਹ ਜਿਹੜੀ ਰਿਪੋਰਟ 120 ਦਿਨ ਦੇ ਵਿੱਚ ਉਹ ਰਿਪੋਰਟ ਦਊਗੀ ਆਪਣੀ ਕਿ ਉਹਨਾਂ ਨੇ ਉਹ ਜਿਹੜੇ ਮਾਂ-ਬਾਪ ਨੇ ਉਹ ਆਇਡੈਂਟੀਫਾਈ ਕੀਤੇ ਆ। ਪਰ ਗਾਂਹ ਵਾਸਤੇ ਉਹਨਾਂ ਨੇ ਕਰਤਾ ਵੀ ਜੇ ਅੱਗੇ ਤੋਂ ਕੋਈ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਫੈਮਿਲੀ ਆਊਗੀ ਤੇ ਉਹ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਨਹੀਂ ਕੀਤਾ ਜਾਊਗਾ। ਤੇ ਮੈਂ ਕਹਾਂਗਾ ਇਹ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਹੈ, ਕਿਉਂਕਿ ਇਹ ਇਨਸਾਨੀਅਤ ਦੇ ਤੌਰ 'ਤੇ ਵੀ ਤੇ ਜਿਹੜੇ ਹਿਊਮਨ ਰਾਈਟ ਦੇ ਤੌਰ 'ਤੇ ਵੀ ਤੇ ਪਲੱਸ ਜਿਹੜੇ ਉਹਨਾਂ ਦੇ ਹੱਕ ਨੇ, ਜਿਹੜੇ ਬੰਦੇ ਆਉਂਦੇ ਨੇ ਆਫਟਰ ਆਲ ਉਹ ਹਿਊਮਨ ਬੀਇੰਗਸ ਨੇ। ਉਹ ਜੇ ਚਲੋ ਇੱਥੇ ਅਨਡਾਕੂਮੈਂਟਡ ਆਏ ਨੇ, ਜੋ ਕਿ ਅਸੀਂ ਨਹੀਂ ਪ੍ਰੋੜਤਾ ਕਰਦੇ ਕੋਈ ਅਨਡਾਕੂਮੈਂਟਡ ਆਵੇ, ਸਗੋਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਅਨਡਾਕੂਮੈਂਟਡ ਨਾ ਹੋ, ਕਿਉਂਕਿ ਇੱਥੇ ਬੜੇ ਰਿਸਕ ਨੇ ਤੇ ਜਿਹੜਾ ਲੀਗਲ ਸਿਸਟਮ ਰਾਹੀਂ ਹੀ ਆਉਣਾ ਚਾਹੀਦਾ, ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਪਰ ਜੇ ਕਿਸੇ ਨੂੰ ਕੋਈ ਮਜਬੂਰੀ ਆ, ਕੋਈ ਆ ਗਿਆ, ਉਹਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਨਹੀਂ ਆ। ਉਹਨੂੰ ਤੁਸੀਂ ਜਿਹੜਾ ਹੈਗਾ ਉਹ ਇੱਦਾਂ ਟਰੀਟ ਕਰੋ ਵੀ ਜਿਵੇਂ ਤੁਸੀਂ ਉਹਦੀ ਜਿਹੜੀ ਟਰੀਟਮੈਂਟ ਹੈਗੀ ਆ ਉਹ ਬਹੁਤ ਜ਼ਿਆਦਾ ਕਰੂਅਲ ਹੋਵੇ, ਇਨਹਿਊਮਨ ਹੋਵੇ। ਤੇ ਇਹ ਗੱਲ ਜਿਹੜੀ ਹੈਗੀ ਆ ਇਹ ਕਿਸੇ ਵੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ। ਜਿਹੜਾ ਦੂਸਰਾ ਐਗਜ਼ੈਕਟਿਵ ਆਰਡਰ ਕੀਤਾ ਉਹ ਹੈਗਾ ਬਿਗਨਿੰਗ ਦਾ ਵਰਕ ਆਫ ਲਿਫਟਿੰਗ ਰਿਸਟ੍ਰਿਕਸ਼ਨਸ ਔਨ ਅਸਾਈਲਮ ਐਂਡ ਬਾਰਡਰ। ਹੁਣ ਅਸਾਈਲਮ ਜਿਹੜਾ ਆਪਾਂ ਬਾਰਡਰ 'ਤੇ ਅਪਲਾਈ ਕਰਦੇ ਹਾਂ, ਉਹ ਇੱਥੇ ਹੁੰਦਾ ਵੀ ਜਦੋਂ ਕੋਈ ਬੰਦਾ ਆਉਂਦਾ ਅਨਡਾਕੂਮੈਂਟਡ, ਉਹ ਅਸਾਈਲਮ ਦਾ ਜਿਹੜਾ ਬਾਰਡਰ ਦੇ ਉੱਤੇ ਅਪਲਾਈ ਕਰਦਾ ਤਾਂ ਉਹਨੂੰ ਅੱਗੇ ਐਂਟਰੀ ਮਿਲਦੀ ਆ ਆਉਣ ਦੀ। ਉਹਦਾ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਸੀਗੀ ਜ਼ੀਰੋ ਟੋਲਰੈਂਸ ਪਾਲਿਸੀ। ਉਹਨੇ ਇਹ ਕੀਤਾ ਵੀ ਕੋਈ ਬੰਦਾ ਵੀ ਜਿਹੜਾ ਇੱਥੇ ਆਊਗਾ ਉਹਨੂੰ ਤੁਸੀਂ ਚੱਕ ਕੇ ਡਿਪੋਰਟ ਕਰੋ। ਉਹਦੇ ਨਾਲ ਨਾਲ ਉਹਨੇ ਜਿਹੜਾ ਹੈਗਾ ਇਸ ਕਿਸਮ ਦੇ ਸਿਸਟਮ ਬਣਾਏ ਵੀ ਬੌਂਡ ਨਾ ਹੋਵੇ ਲੋਕਾਂ ਦਾ। ਜਿਹੜੀ ਪਹਿਲੀ ਇੱਕ ਇੰਟਰਵਿਊ ਹੁੰਦੀ ਹੈ ਉਹਨੂੰ ਕ੍ਰੈਡੀਬਲ ਫੀਅਰ ਇੰਟਰਵਿਊ ਕਹਿੰਦੇ ਆ। ਜਦੋਂ ਬੰਦਾ ਉਹ 'ਚੋਂ ਪਾਸ ਹੁੰਦਾ ਤਾਂ ਉਸ ਤੋਂ ਬਾਅਦ ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ, ਫਿਰ ਉਹ ਬੌਂਡ ਲਾ ਸਕਦਾ ਜਾਂ ਅਸਾਈਲਮ ਦਾ ਕੇਸ ਲਾ ਸਕਦਾ। ਟਰੰਪ ਦੇ ਕਾਰਜਕਾਲ ਦੌਰਾਨ 90% ਤੋਂ ਉੱਪਰ ਬੰਦਿਆਂ ਨੂੰ ਜਿਹੜੀ ਪਹਿਲੀ ਇੰਟਰਵਿਊ ਆ ਕ੍ਰੈਡੀਬਲ ਫੀਅਰ ਉਹਦੇ ਵਿੱਚ ਹੀ ਫੇਲ ਕੀਤਾ ਗਿਆ, ਜਿਹਦੇ ਕਰਕੇ ਉਹ ਐਲੀਜੀਬਲ ਨਹੀਂ ਸੀ ਕਿਸੇ ਬੌਂਡ ਲਈ ਜਾਂ ਕਿਸੇ ਅਸਾਈਲਮ ਲਾਉਣ ਲਈ, ਜਿਹਦੇ ਤਹਿਤ ਉਹ ਵਾਪਸ ਰਿਪੋਰਟ ਕੀਤੇ ਗਏ। ਉਸ ਪਾਲਿਸੀ ਨੂੰ ਇਸ ਐਗਜ਼ੈਕਟਿਵ ਆਰਡਰ ਦੇ ਨਾਲ ਖਤਮ ਕਰ ਦਿੱਤਾ ਗਿਆ। ਇਹ ਵੀ ਇੱਕ ਬਹੁਤ ਵੱਡੀ ਸਹੂਲਤ ਹੈ ਅਸਾਈਲਮ ਵਾਲਿਆਂ ਲਈ। ਤੇ ਉਹਨਾਂ ਨੇ ਇਹ ਕਿਹਾ ਕਿ ਇਸ ਐਗਜ਼ੈਕਟਿਵ ਆਰਡਰ ਦੇ ਵਿੱਚ ਕਿ ਜਿਹੜੇ ਅਸਾਈਲਮ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਰਿਸਟ੍ਰਿਕਸ਼ਨਸ ਲਾਈਆਂ ਨੇ, ਇਹਨਾਂ ਰਿਸਟ੍ਰਿਕਸ਼ਨਾਂ ਨੂੰ ਇਹ ਖਤਮ ਕੀਤਾ ਜਾਵੇ। ਤੇ ਉਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਐਡਰੈਸ ਕੀਤਾ ਜਾਵੇ ਵੀ ਜਿਹੜੇ ਲੋਕੀ ਸੈਂਟਰਲ ਅਮਰੀਕਾ 'ਚੋਂ ਆਉਂਦੇ ਆ, ਉਹਨਾਂ ਮੁਲਕਾਂ 'ਚੋਂ ਆਉਂਦੇ ਆ, ਉਹ ਕਿਉਂ ਆਉਂਦੇ ਆ, ਤੇ ਉਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਦੇ ਨਾਲ ਮਾਹੌਲ ਇੱਦਾਂ ਦਾ ਪੈਦਾ ਕੀਤਾ ਜਾਵੇ ਵੀ ਲੋਕੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉਹਨਾਂ ਮੁਲਕਾਂ 'ਚੋਂ ਨਾ ਆਉਣ। ਤੇ ਉਹ ਜਿਹੜਾ ਰੂਟ ਕਾਜ਼ ਹੈਗਾ ਮਾਈਗ੍ਰੇਸ਼ਨ ਦਾ, ਉਹਨੂੰ ਸਟੱਡੀ ਕੀਤਾ ਜਾਵੇ। ਉਹਦੇ ਨਾਲ ਨਾਲ ਹੀ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਪ੍ਰੋਗਰਾਮ ਬਣਾਇਆ ਸੀ ਜਿਹਨੂੰ ਕਹਿੰਦੇ ਆ ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ। ਉਹਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਕਿਸੇ ਕੰਟਰੀ 'ਚੋਂ ਲੰਘ ਕੇ ਆਉਂਦਾ, ਚਾਹੇ ਮੈਕਸੀਕੋ 'ਚੋਂ ਆਉਂਦਾ ਜਾਂ ਉਹ ਕਿਸੇ ਹੋਰ ਕੰਟਰੀ ਤੋਂ ਆਉਂਦਾ, ਗੁਆਟੇਮਾਲਾ ਤੋਂ ਆਉਂਦਾ, ਉੱਥੇ ਅਸਾਈਲਮ ਅਪਲਾਈ ਕਰੇ ਪਹਿਲਾਂ। ਜੇ ਉਹਨਾਂ ਮੁਲਕਾਂ 'ਚ ਅਸਾਈਲਮ ਅਪਲਾਈ ਨਹੀਂ ਕਰਦਾ, ਅਮਰੀਕਾ 'ਚ ਨਹੀਂ ਕਰ ਸਕਦਾ। ਤੇ ਉਹਨਾਂ ਮੁਲਕਾਂ ਦੇ ਨਾਲ ਅਮਰੀਕਾ ਨੇ ਇੱਕ ਅਸਾਈਲਮ ਕੋਆਪਰੇਟਿਵ ਅਗਰੀਮੈਂਟਸ ਕੀਤੀਆਂ ਸੀ, ਜਿਹੜੀ ਕਿ ਉਹਨਾਂ ਨੇ ਜਿਹੜੀਆਂ ਅਗਰੀਮੈਂਟਸ ਕੀਤੀਆਂ ਮੁਲਕਾਂ ਦੇ ਨਾਲ, ਉਹਦੇ ਵਿੱਚ ਐਲ ਸੈਲਵਾਡੋਰ ਆ, ਗੁਆਟੇਮਾਲਾ, ਹੰਡੋਰਸ ਹੈ, ਉਹਦੇ ਨਾਲ ਨਾਲ ਜਿਹੜਾ ਮੈਕਸੀਕੋ ਨਾਲ ਵੀ ਕੀਤੀ। ਉਹਨਾਂ ਮੁਲਕਾਂ 'ਚ ਇਹ ਸੀਗਾ ਕਿ ਜਿਹੜਾ ਬੰਦਾ ਆਊਗਾ ਪਹਿਲਾਂ ਉੱਥੇ ਅਸਾਈਲਮ ਕਰੇ, ਜੇ ਉੱਥੇ ਨੂੰ ਅਸਾਈਲਮ ਨਹੀਂ ਮਿਲਦਾ ਤਾਂ ਉੱਥੋਂ ਡਿਪੋਰਟ ਕਰ ਦਿਓ, ਅਮਰੀਕਾ ਤੱਕ ਪਹੁੰਚੇ ਹੀ ਨਾ। ਸੋ ਉਹ ਜਿਹੜਾ ਸੀਗਾ ਸਿਸਟਮ, ਉਹਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਰਿਵਿਊ ਕਰੋ ਤੇ ਰਿਵਿਊ ਕਰਕੇ ਜੋ ਵੀ ਚੇਂਜਸ ਹੈਗੀਆਂ ਉਹ ਕੀਤੀਆਂ ਜਾਣ। ਤੇ ਇਹਦੇ ਨਾਲ ਨਾਲ ਜਿਹੜਾ ਟਰੰਪ ਨੇ ਕੀਤਾ ਸੀਗਾ
ਇੱਕ ਪ੍ਰੋਗਰਾਮ ਬਣਾਇਆ ਸੀ, ਉਹਦਾ ਨਾਂ ਰੱਖਿਆ ਸੀ ਪ੍ਰੋਮਪਟ ਅਸਾਈਲਮ ਰਿਵਿਊ ਪ੍ਰੋਗਰਾਮ ਤੇ ਹਿਊਮੈਨੀਟੇਰੀਅਨ ਅਸਾਈਲਮ ਰਿਵਿਊ ਪ੍ਰੋਗਰਾਮ, ਜਿਹਦੇ ਵਿੱਚ ਉਹ ਜਿਹੜਾ ਆਉਂਦਾ ਸੀ ਬੰਦਾ ਬਿਨਾਂ ਕਿ ਉਹ ਤੋਂ ਕੋਈ ਪੁੱਛੇ ਦੱਸੇ ਉਹਨੂੰ ਜਾਣੀ ਕਿ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹਨੂੰ ਜਿਵੇਂ ਆਇਆ ਉੱਦਾਂ ਡਿਪੋਰਟ ਕਰ ਦਿਓ। ਤੇ ਨਾਂ ਉਹਦਾ ਰੱਖਿਆ ਸੀ ਹਿਊਮੈਨੀਟੇਰੀਅਨ ਅਸਾਈਲਮ ਰਿਵਿਊ ਪ੍ਰੋਗਰਾਮ। ਦੱਸੋ ਇਹਦੇ ਵਿੱਚ ਕਿਹੜੀ ਹਿਊਮੈਨੀਟੇਰੀਅਨ ਇਹ ਗਰਾਊਂਡ ਆ ਵੀ ਜਿਹੜਾ ਆ ਗਿਆ ਉਹਨੂੰ ਬਿਨਾਂ ਸੁਣੇ ਬਿਨਾਂ ਕਿਸੇ ਜੱਜ ਦੇ ਉਦੋਂ ਹੀ ਡਿਪੋਰਟ ਕਰ ਦਿਓ। ਪਰ ਉਹ ਕੀਤਾ। ਉਹਨਾਂ ਪ੍ਰੋਗਰਾਮਾਂ ਨੂੰ ਬਾਈਡਨ ਸਾਹਿਬ ਨੇ ਐਗਜ਼ੈਕਟਿਵ ਆਰਡਰ ਕਰਕੇ ਰੋਕ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਗਲਤ ਨੇ ਤੇ ਰਿਵਿਊ ਕਰੋ ਵੀ ਇਹਨਾਂ ਦੇ ਵਿੱਚ ਜਿਹੜੀਆਂ ਚੇਂਜਸ ਕੀ ਕੀਤੀਆਂ ਜਾਣ, ਤੇ ਇਹਨਾਂ ਨੂੰ ਐਜ਼ ਆਫ ਨਾਓ ਉਹਨਾਂ ਨੇ ਬੰਦ ਕਰਤਾ। ਤੇ ਉਹਦੇ 'ਚ ਇਹ ਹੈ ਕਿ ਇਸੇ ਦੌਰਾਨ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਐਗਜ਼ੈਕਟਿਵ ਆਰਡਰ ਤੋਂ ਬਾਅਦ ਹੁਣ ਕੱਲ੍ਹ ਦੀ ਖਬਰ ਹੈਗੀ ਆ ਕਿ ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਉਹ ਸੈਕਟਰੀ ਆਫ ਸਟੇਟ ਨੇ ਅਨਾਊਂਸ ਕੀਤਾ ਵੀ ਜਿਹੜੀਆਂ ਉਹ 3 ਮੁਲਕਾਂ ਦੇ ਨਾਲ ਅਮਰੀਕਾ ਨੇ ਅਸਾਈਲਮ ਕੋਆਪਰੇਟਿਵ ਅਗਰੀਮੈਂਟਸ ਕੀਤੀਆਂ ਸੀਗੀਆਂ, ਜਿਨ੍ਹਾਂ ਵਿੱਚ ਕਿ ਐਲ ਸੈਲਵਾਡੋਰ ਵੀ ਹੈਗਾ, ਗੁਆਟੇਮਾਲਾ ਵੀ ਆ, ਕਿ ਜਿਹੜਾ ਅਸਾਈਲਮ ਵਾਲਾ ਬੰਦਾ ਆਉਂਦਾ ਪਹਿਲਾਂ ਉੱਥੇ ਅਸਾਈਲਮ ਅਪਲਾਈ ਕਰੇ ਤੇ ਉਸ ਤੋਂ ਬਾਅਦ ਅੱਗੇ ਵਧੇ, ਤੇ ਜੇ ਉੱਥੇ ਹੀ ਡੈਪੂਟੇਸ਼ਨ ਲੱਗ ਜਾਂਦੀ ਤਾਂ ਉੱਥੋਂ ਹੀ ਡਿਪੋਰਟ ਕੀਤਾ ਜਾਵੇ। ਉਹ ਅਗਰੀਮੈਂਟਾਂ 3 ਮੁਲਕਾਂ ਦੇ ਨਾਲ ਕੈਂਸਲ ਕਰ ਦਿੱਤੀਆਂ ਗਈਆਂ ਨੇ। ਸੋ ਡਿਪਾਰਟਮੈਂਟ ਆਫ ਸਟੇਟ ਨੇ ਉਹਨਾਂ 3 ਮੁਲਕਾਂ ਨੂੰ ਇਨਫੋਰਮ ਕਰਤਾ ਕਿ ਸਾਡੇ ਨਾਲ ਤੁਹਾਡੀ ਐਸੀ ਕੋਈ ਅਗਰੀਮੈਂਟ ਨਹੀਂ, ਤੇ ਹੁਣ ਬੰਦਿਆਂ ਨੂੰ ਜਿਹੜੇ ਆਉਂਦੇ ਆ ਇੱਥੇ ਆਉਣ ਦਿਓ, ਅਸੀਂ ਇੱਥੇ ਦੇਖਾਂਗੇ ਕਿ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਆ ਕਿ ਜਿਹੜਾ ਆਉਂਦਾ ਪਹਿਲਾਂ ਉੱਥੇ ਰੱਖੋ ਉਹਨੂੰ, ਪਹਿਲਾਂ ਅਸਾਈਲਮ ਕਰੇ ਫਿਰ ਅਸਾਈਲਮ, ਕਿਉਂਕਿ ਇਹਨਾਂ ਵਿੱਚੋਂ ਕਈ ਮੁਲਕਾਂ 'ਚ ਤਾਂ ਅਸਾਈਲਮ ਪ੍ਰੋਸੈਸ ਹੀ ਹੈ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਅਸਾਈਲਮ ਕੀ ਹੁੰਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਅਗਰੀਮੈਂਟਸ ਨੇ ਉਹ ਇਸ ਐਗਜ਼ੈਕਟਿਵ ਆਰਡਰ ਨੂੰ ਫੋਲੋ ਕਰਦੇ ਆ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਹ ਕੈਂਸਲ ਕਰ ਦਿੱਤੀਆਂ ਨੇ। ਸੋ ਅੱਗੇ ਤੋਂ ਜਿਹੜਾ ਕੋਈ ਬੰਦਾ ਆਊਗਾ ਉਹਨੂੰ ਉਹਨਾਂ ਮੁਲਕਾਂ ਦੇ ਵਿੱਚ ਅਸਾਈਲਮ ਅਪਲਾਈ ਕਰਨ ਦੀ ਕੋਈ ਲੋੜ ਨਹੀਂ। ਹੁਣ ਜਿਹੜਾ ਤੀਜਾ ਐਗਜ਼ੈਕਟਿਵ ਆਰਡਰ ਆ ਉਹ ਇਹ ਹੈਗਾ ਰਿਪੇਅਰਿੰਗ ਦ ਲੀਗਲ ਇਮੀਗ੍ਰੇਸ਼ਨ ਸਿਸਟਮ। ਇਹਦਾ ਸੰਬੰਧ ਜਿਹੜੀ ਬਾਕੀ ਦੀ ਇਮੀਗ੍ਰੇਸ਼ਨ ਅਸਾਈਲਮ ਤੋਂ ਬਿਨਾਂ ਉਹਦੇ ਨਾਲ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਟਰੰਪ ਨੇ ਰੂਲ ਬਣਾਏ, ਰੈਗੂਲੇਸ਼ਨ ਬਣਾਏ, ਚਾਹੇ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਐਕਟਿੰਗ ਸੈਕਟਰੀ ਸੀ ਉਹਨਾਂ ਦਾ ਉਹਨੇ ਬਣਾਏ, ਚਾਹੇ ਟਰੰਪ ਨੇ ਆਪ ਐਗਜ਼ੈਕਟਿਵ ਆਰਡਰ ਕੀਤੇ, ਤੇ ਉਹ ਸਾਰਿਆਂ ਨੂੰ ਜਿਹੜਾ ਉਹ ਰਿਵਿਊ ਕੀਤਾ ਜਾਵੇ। ਕਿਉਂਕਿ ਜਿਵੇਂ ਆਪਾਂ ਪਹਿਲਾਂ ਹੁਣ ਇਹ ਗੱਲ ਜਿਹੜੀ ਹੈ ਕਹਿ ਚੁੱਕੇ ਹਾਂ ਕਿ ਇਹਨਾਂ ਦਾ ਜਿਹੜਾ ਮੰਤਵ ਸੀਗਾ ਉਹ ਲੀਗਲ ਇਮੀਗ੍ਰੇਸ਼ਨ ਨੂੰ ਤੰਗ ਕਰਨਾ ਸੀ, ਲੀਗਲ ਇਮੀਗ੍ਰੇਸ਼ਨ ਨੂੰ ਘੱਟ ਕਰਨਾ ਸੀਗਾ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਐਫੀਡੇਵਿਟ ਆਫ ਸਪੋਰਟ ਦਾ ਇੱਕ ਰੂਲ ਸੀਗਾ ਕਿ ਜਿਹੜਾ ਐਫੀਡੇਵਿਟ ਆਫ ਸਪੋਰਟ ਦਊਗਾ, ਜੇ ਉਹਦਾ ਕੋਈ ਰਿਲੇਟਿਵ ਇੱਥੇ ਆਉਂਦਾ ਤੇ ਉਹਦੇ ਅਗੇਂਸਟ ਹੀ ਯੂਜ਼ ਕੀਤਾ ਜਾਊਗਾ। ਫਿਊਚਰ ਦੇ ਵਿੱਚ ਗੌਰਮੈਂਟ ਯੂਜ਼ ਕਰ ਸਕਦੀ ਹੈ ਜੇ ਉਹ ਰਿਲੇਟਿਵ ਜਿਹੜਾ ਪਬਲਿਕ ਅਸਿਸਟੈਂਸ ਲੈਂਦਾ। ਉਹ ਰੂਲ ਨੂੰ ਵੀ ਹੁਣ ਬਾਈਡਨ ਨੇ ਜਿਹੜਾ ਉਹ ਖਤਮ ਕਰ ਦਿੱਤਾ ਐਗਜ਼ੈਕਟਿਵ ਆਰਡਰ ਨਾਲ। ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਇੱਕ ਬਹੁਤ ਵੱਡੀ ਰੁਕਾਵਟ ਸੀਗੀ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਆ, ਜਿਵੇਂ ਤੁਹਾਡੇ ਹੁਣ ਜਿਵੇਂ ਸਿਟੀਜ਼ਨ ਆ ਉਹਦੇ ਭੈਣ ਭਰਾ ਨੇ ਆਉਣਾ, ਉਹਨੂੰ ਐਫੀਡੇਵਿਟ ਆਫ ਸਪੋਰਟ ਦੇਣਾ ਪੈਂਦਾ, ਜਾਂ ਹਸਬੈਂਡ ਨੂੰ ਵਾਈਫ ਲਈ, ਜਾਂ ਵਾਈਫ ਨੂੰ ਹਸਬੈਂਡ ਲਈ ਦੇਣਾ ਪੈਂਦਾ, ਜਾਂ ਕਿਸੇ ਦੇ ਮਾਂ-ਬਾਪ ਨੇ ਆਉਣਾ ਉਹਨਾਂ ਲਈ ਦੇਣਾ ਪੈਂਦਾ। ਕਈ ਵਾਰੀ ਬੰਦੇ ਦੀ ਇਨਕਮ ਘੱਟ ਆ ਉਹਨੂੰ ਨਾਲ ਜੁਆਇੰਟ ਸਪਾਂਸਰ ਲੈਣਾ ਪੈਂਦਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਰਤਾ ਸੀ ਵੀ ਜਿਹੜਾ ਐਫੀਡੇਵਿਟ ਆਫ ਸਪੋਰਟ ਲੈਂਦਾ ਉਹ ਜ਼ਿੰਮੇਵਾਰ ਹੋਊਗਾ, ਤੇ ਜਿਹੜਾ ਜੁਆਇੰਟ ਸਪਾਂਸਰ ਆ ਉਹ ਵੀ ਜ਼ਿੰਮੇਵਾਰ ਹੋਊਗਾ। ਸੋ ਕੱਲ੍ਹ ਨੂੰ ਜੇ ਕੋਈ ਬੰਦਾ ਆ ਕੇ ਪਬਲਿਕ ਅਸਿਸਟੈਂਸ ਲੈ ਲੈਂਦਾ ਤਾਂ ਉਹਨਾਂ ਤੋਂ ਪੈਸੇ ਰਿਕਵਰ ਕੀਤੇ ਜਾ ਸਕਦੇ ਜਿਨ੍ਹਾਂ ਨੇ ਐਫੀਡੇਵਿਟ ਆਫ ਸਪੋਰਟ ਦਿੱਤੇ ਆ। ਇਹ ਰੂਲ ਇਸ ਕਰਕੇ ਬਣਾਇਆ ਗਿਆ ਸੀ ਵੀ ਕੋਈ ਐਫੀਡੇਵਿਟ ਆਫ ਸਪੋਰਟ ਨਾ ਦੇਵੇ ਡਰਦਾ ਮਾਰਾ ਤੇ ਬੰਦੇ ਉੱਥੋਂ ਨਾ ਆਉਣ। ਉਸ ਰੂਲ ਨੂੰ ਬਾਈਡਨ ਨੇ ਐਗਜ਼ੈਕਟਿਵ ਆਰਡਰ ਕਰਕੇ ਖਤਮ ਕਰ ਦਿੱਤਾ। ਸੋ ਇਹ ਬਹੁਤ ਵੱਡੀ ਗੱਲ ਆ। ਹੁਣ ਜੇ ਕੋਈ ਐਫੀਡੇਵਿਟ ਆਫ ਸਪੋਰਟ ਦਊਗਾ ਉਹਦੇ ਖਿਲਾਫ ਉਹ ਗੱਲ ਜਿਹੜੀ ਨਹੀਂ ਯੂਜ਼ ਕੀਤੀ ਜਾ ਸਕਦੀ। ਉਹਦੇ ਨਾਲ ਨਾਲ ਜਿਹੜਾ ਹੋਰ ਉਹਨਾਂ ਨੇ ਕੀਤਾ ਉਹ ਇਹ ਕੀਤਾ ਕਿ ਜਿਹੜਾ ਰਿਫਿਊਜੀ ਰੀਸੈਟਲਮੈਂਟ ਕੈਪ ਹੈ, ਇੱਥੇ ਇੱਕ ਰਿਫਿਊਜੀਆਂ ਦੇ ਨੰਬਰ ਹੁੰਦੇ ਵੀ ਕਿੰਨੇ ਬੰਦਿਆਂ ਨੂੰ ਐਡਮਿਸ਼ਨ ਦੇਣੀ ਆ, ਉਹ ਟਰੰਪ ਨੇ ਘਟਾ ਕੇ 15,000 ਕਰਤਾ ਸੀ ਸਾਲ ਦਾ। ਉਹ ਇਹਨਾਂ ਨੇ ਵਧਾਇਆ। ਉਹ ਵਧਾ ਕੇ ਜਿਹੜਾ ਇਹਦਾ ਮਤਲਬ ਪਹਿਲਾਂ ਹੁੰਦਾ ਸੀ 1,25,000 ਉੱਥੇ ਤੱਕ ਲੈ ਕੇ ਜਾਣਾ, ਉਹ ਵੀ ਕੈਪ ਜਿਹੜਾ ਸੀ ਮਤਲਬ ਟਰੰਪ ਵਾਲਾ ਉਹ ਖਤਮ ਕਰ ਦਿੱਤਾ ਗਿਆ। ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮਤਲਬ ਸਿਟੀਜ਼ਨਸ਼ਿਪ ਆ ਉਹਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਬਹੁਤ ਜ਼ਿਆਦਾ ਡਿਲੇ ਆ, ਤੇ ਉਹਦੀਆਂ ਜਿਹੜੀਆਂ ਫੀਸਾਂ ਨੇ ਉਹ ਇਹਨਾਂ ਨੇ ਹੋਰ ਵਧਾਈਆਂ ਸੀ ਪਰ ਉਹ ਜੱਜ ਨੇ ਰੋਕਤੀਆਂ ਸੀ। ਪਰ ਜਿਹੜੀਆਂ ਹੁਣ ਵੀ ਫੀਸ ਹੈ ਜ਼ਿਆਦਾ, ਤੇ ਇਹਨੂੰ ਕਿਸੇ ਤਰੀਕੇ ਨਾਲ ਸਿੰਪਲੀਫਾਈ ਕੀਤਾ ਜਾਵੇ, ਤੇ ਜਿਹੜਾ ਟੈਸਟ ਹੈਗਾ ਇਹਨੂੰ ਵੀ ਰਿਵਿਊ ਕੀਤਾ ਜਾਵੇ, ਤੇ ਇਹਨੂੰ ਫਾਸਟ ਕੀਤਾ ਜਾਵੇ ਤਾਂ ਕਿ ਜ਼ਿਆਦਾ ਲੋਕੀ ਜਿਹੜੇ ਸਿਟੀਜ਼ਨ ਬਣ ਸਕਣ, ਉਹ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਕਿ ਸਿਟੀਜ਼ਨ ਬਣਨ ਦੇ ਵਿੱਚ ਰੁਕਾਵਟਾਂ ਪਾਉਣ ਦੀ ਬਜਾਏ ਉਹਨੂੰ ਉਲਟਾ ਜਿਹੜਾ ਹੈਗਾ ਉਹ ਲੋਕਾਂ ਦੀ ਹੈਲਪ ਕੀਤੀ ਜਾਵੇ ਵੀ ਸਿਟੀਜ਼ਨ ਬਣ ਸਕਣ। ਇੱਥੇ ਜਿਹੜੀ ਹੁਣ ਇਮੀਗ੍ਰੇਸ਼ਨ ਸੀ ਟਰੰਪ ਦੇ ਅੰਡਰ ਉਹ ਰੋਕਦੀ ਸੀ ਵੀ ਬੰਦੇ ਘੱਟ ਬਣਨ ਸਿਟੀਜ਼ਨ। ਉਹਦੇ ਚਾਹੇ ਤਾਂ ਡਿਲੇ ਆ, ਚਾਹੇ ਇਹਨਾਂ ਨੇ ਇੱਕ ਟੈਸਟ ਵੀ ਜ਼ਿਆਦਾ ਔਖਾ ਕਰਤਾ ਸੀ ਜਿਹੜਾ ਕਿ ਮੁੜ ਕੇ ਬਾਅਦ ਅਜੇ ਇੰਪਲੀਮੈਂਟ ਨਹੀਂ ਹੋਇਆ। ਤੇ ਉਹਨਾਂ ਗੱਲਾਂ ਨੂੰ ਬਾਈਡਨ ਨੇ ਕਿਹਾ ਕਿ DHS ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਵੀ ਤੁਸੀਂ ਰੂਲ ਬਣਾਓ, ਇਹ ਦੱਸੋ ਵੀ ਕਿਸ ਤਰ੍ਹਾਂ ਇਹਨੂੰ ਜਿਹੜਾ ਪ੍ਰੋਸੈਸ ਆ ਉਹਨੂੰ ਸਿੰਪਲੀਫਾਈ ਕੀਤਾ ਜਾ ਸਕਦਾ, ਈਜ਼ੀ ਕੀਤਾ ਜਾ ਸਕਦਾ, ਜੋ ਕਿ ਆਉਂਦੇ ਦਿਨਾਂ ਵਿੱਚ ਰੂਲ ਬਣਨਗੇ। ਹੁਣ ਇਹ ਜਿਹੜੇ ਐਗਜ਼ੈਕਟਿਵ ਆਰਡਰ ਨੇ ਇਹਨਾਂ ਸੰਬੰਧ ਉਹਨਾਂ ਦੇ ਆਪਣੀ ਇੰਟਰਨਲ ਗੌਰਮੈਂਟ ਦੇ ਨਾਲ ਆ, ਜਿਹਦੇ ਵਿੱਚ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਗਿਆ, ਜਿਹਦੇ ਅੰਡਰ USCIS ਆਉਂਦੀ, ਆਈਸ ਆਉਂਦੀ ਆ, ਤੇ ਉਹਦੇ ਨਾਲ ਨਾਲ ਜਿਹੜਾ ਅਟਾਰਨੀ ਜਨਰਲ ਹੋ ਗਿਆ ਜਿਹਦੇ ਅੰਡਰ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਾਂ ਆਉਂਦੀਆਂ ਨੇ,
ਤੇ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਆਉਂਦੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਸੈਕਟਰੀ ਆਫ ਸਟੇਟ ਹੋ ਗਿਆ ਜਿਹਦੇ ਅੰਡਰ ਕੇ ਬਾਹਰਲੇ ਮੁਲਕਾਂ ਨਾਲ ਜਿਹੜੀਆਂ ਸਾਰੀਆਂ ਐਮਬੈਸੀਆਂ ਨੇ ਅਮਰੀਕਾ ਦੀਆਂ ਉਹ ਆਉਂਦੀਆਂ ਤੇ ਬਾਹਰਲੇ ਮੁਲਕਾਂ ਨਾਲ ਜਿਹੜੀ ਅਗਰੀਮੈਂਟਾਂ ਨੇ ਚਾਹੇ ਸੈਲਮ ਦੇ ਨੇ ਜਾਂ ਦੂਸਰੇ ਨੇ ਹੁਣ ਸਾਰੀਆਂ ਐਮਬੈਸੀਆਂ ਉਹਨਾਂ ਦੇ ਅੰਡਰ ਨੇ ਐਮਬੈਸੀਆਂ ਨੇ ਕਿਸ ਤਰ੍ਹਾਂ ਕੰਮ ਚਲਾਉਣਾ ਕਿੱਦਾਂ ਲੋਕਾਂ ਨੂੰ ਵੀਜ਼ੇ ਦੇਣੇ ਆ ਉਹਨਾਂ ਸਾਰੇ ਸਿਸਟਮ ਦੇ ਵਿੱਚ ਉਹਨਾਂ ਨੇ ਉਹਨਾਂ ਤਿੰਨੇ ਮੁਖੀਆਂ ਨੂੰ ਇਹ ਕਿਹਾ ਵੀ ਮੈਨੂੰ 120 ਦਿਨ ਦੇ ਵਿੱਚ ਤੁਸੀਂ ਰਿਪੋਰਟ ਦਿਓ ਵੀ ਕੀ ਕਰ ਰਹੇ ਹੋ। ਹੁਣ ਜਿਵੇਂ ਆਪਾਂ ਹੁਣੇ ਦੱਸਿਆ ਕਿ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਸੈਕਟਰੀ ਆਫ ਸਟੇਟ ਨੇ ਆਲਰੇਡੀ ਇਹਨੂੰ ਇੰਪਲੀਮੈਂਟ ਕਰਕੇ ਤੇ ਜਿਹੜੀਆਂ ਸੈਲਮ ਕੋਆਪਰੇਟਿਵ ਅਗਰੀਮੈਂਟ ਸੀਗੀਆਂ 3 ਮੁਲਕਾਂ ਨਾਲ ਉਹ ਕੈਂਸਲ ਕਰਤੀਆਂ ਜਿਹਦੇ ਤਹਿਤ ਕਿ ਇਹ ਸੀ ਵੀ ਪਹਿਲਾਂ ਤੁਸੀਂ ਉਹਨਾਂ ਮੁਲਕਾਂ ਜਾ ਕੇ ਸੈਲਮ ਅਪਲਾਈ ਕਰੋ ਫਿਰ ਆਓ ਉਹ ਰੂਲ ਖਤਮ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜੇ ਹੁਣ ਇੱਕ ਹੋਰ ਖਬਰ ਰੀਸੈਂਟ ਆਈ ਆ ਉਹ ਇਹ ਹੈਗੀ ਆ ਵੀ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਵੀ ਸ਼ੁਰੂ ਕਰਤੀ ਇਹਦੀ ਇੰਪਲੀਮੈਂਟੇਸ਼ਨ ਤੇ ਉਹਨਾਂ ਨੇ ਜਿਹੜੀ ਆਈਸ ਆ ਉਹਨੂੰ ਇਹ ਕਿਹਾ ਵੀ ਹਰ ਬੰਦੇ ਨੂੰ ਇੱਥੋਂ ਡਿਪੋਰਟ ਨਹੀਂ ਕੀਤਾ ਜਾ ਸਕਦਾ ਸਿਰਫ ਉਹਨਾਂ ਬੰਦਿਆਂ ਨੂੰ ਹੀ ਡਿਪੋਰਟ ਕਰੋ ਜਿਹੜੇ ਬੰਦੇ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਥ੍ਰੈਟ ਨੇ ਜਾਂ ਜਿਹੜੇ ਬੰਦਿਆਂ ਨੇ ਸੀਰੀਅਸ ਕ੍ਰਾਈਮ ਕੀਤੇ ਨੇ ਜਾਂ ਜਿਹੜੇ ਬੰਦੇ ਚਾਈਲਡ ਅਬਿਊਜ਼ਰ ਨੇ ਤੇ ਜਾਂ ਜਿਹੜੇ ਗੈਂਗ ਵਾਇਲੈਂਸ ਵਗੈਰਾ 'ਚ ਨੇ। ਇਸ ਤੋਂ ਇਲਾਵਾ ਜਿਵੇਂ ਕਿਸੇ ਨੂੰ ਛੋਟਾ ਮੋਟਾ ਕਿਸੇ ਨੂੰ ਡਰੰਕ ਡਰਾਈਵਿੰਗ ਦੀ ਜਿਹੜੀ ਟਿਕਟ ਮਿਲੀ ਹੈ ਜਾਂ ਉਹੋ ਜਿਹੇ ਕ੍ਰਾਈਮ 'ਚ ਹੈ ਜਾਂ ਮਤਲਬ ਕੋਈ ਜਿਹੜੇ ਬਿਲਕੁਲ ਹੀ ਛੋਟੇ ਮਾਈਨਰ ਅਫੈਂਸ ਨੇ ਉਹਨਾਂ ਦੇ ਵਿੱਚ ਕੋਈ ਬੰਦਾ ਜਿਹੜਾ ਮਤਲਬ ਇਨਵੋਲਵ ਹੋਇਆ ਤੇ ਉਹਨਾਂ ਨੂੰ ਤੁਸੀਂ ਇਹਦੇ 'ਚ ਡਿਪੋਰਟ ਨਾ ਕਰੋ ਤੇ ਡੀਪੋਰਟੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਲਿਮਿਟ ਕਰਤੀ ਹੈ। ਟਰੰਪ ਦੇ ਵੇਲੇ ਇਹ ਸੀ ਵੀ ਜਿਹੜਾ ਵੀ ਹੱਥ ਆ ਗਿਆ ਡਿਪੋਰਟ ਕਰ ਦਿਓ ਚਾਹੇ ਉਹ 'ਤੇ ਕੋਈ ਕ੍ਰਾਈਮ ਆ। ਇਹ ਗੱਲ ਨੂੰ ਉਹਨਾਂ ਨੇ ਹੁਣ ਚੇਂਜ ਕਰ ਦਿੱਤਾ ਤੇ ਉਹ ਆਲਰੇਡੀ ਇੰਪਲੀਮੈਂਟੇਸ਼ਨ ਇਹਦੀ ਸ਼ੁਰੂ ਹੋ ਗਈ ਹੈ ਜੋ ਕਿ ਇੱਕ ਬੜਾ ਸਵਾਗਤ ਵਾਲਾ ਕਦਮ ਹੈ ਕਿਉਂਕਿ ਆਫਟਰ ਆਲ ਜਿਹੜਾ ਬੰਦਾ ਵੀ ਇੱਥੇ ਆਉਂਦਾ ਰਹਿੰਦਾ ਉਹਦੇ ਰਾਈਟਸ ਨੇ। ਜੇ ਹੁਣ ਅੱਜ US ਸਿਟੀਜ਼ਨ ਦੇ ਰਾਈਟ ਨੇ ਤਾਂ ਉਹਦਾ ਮਤਲਬ ਇਹ ਨਹੀਂ ਹੈ ਵੀ ਜਿਹੜਾ ਸਿਟੀਜ਼ਨ ਨਹੀਂ ਹੈਗਾ ਉਹਦਾ ਕੋਈ ਵੀ ਰਾਈਟ ਨਹੀਂ ਹੈਗਾ ਉਹਨੂੰ ਜਿਵੇਂ ਮਰਜ਼ੀ ਤੁਸੀਂ ਭੇਜ ਦਿਓ ਜੋ ਮਰਜ਼ੀ ਉਹਨੂੰ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜੇਲ੍ਹ 'ਚ ਰੱਖ ਲਓ। ਇਹ ਗਲਤ ਹੈ ਤੇ ਇਹਨੂੰ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹਿਊਮੇਨ ਵੇ ਨਾਲ ਹੋਣਾ ਚਾਹੀਦਾ। ਠੀਕ ਹੈ ਜਿਹੜੇ ਬੰਦੇ ਕਿ ਵਾਕਈ ਵੱਡੇ ਕ੍ਰਿਮੀਨਲ ਨੇ ਜਾਂ ਥ੍ਰੈਟ ਨੇ ਸਿਸਟਮ ਨੂੰ ਜਾਂ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮਸ ਕੀਤੇ ਨੇ ਜਾਂ ਸੁਸਾਇਟੀ ਨੂੰ ਵੀ ਥ੍ਰੈਟ ਨੇ ਵੀ ਉਹ ਬੰਦੇ ਬਾਹਰ ਆ ਕੇ ਕੋਈ ਨੁਕਸਾਨ ਕਰ ਸਕਦੇ ਨੇ ਉਹਨਾਂ ਨੂੰ ਠੀਕ ਹੈ ਡਿਪੋਰਟ ਕਰੋ ਪਰ ਹਰੇਕ ਬੰਦੇ ਨੂੰ ਡਿਪੋਰਟ ਕਰ ਦੇਣਾ ਤੇ ਉਹ ਗੱਲ ਜਿਹੜੀ ਹੈਗੀ ਆ ਉਹ ਠੀਕ ਨਹੀਂ। ਤੇ ਜਿਹਨੂੰ ਹੁਣ ਇਹ ਇੰਪਲੀਮੈਂਟ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰਤਾ ਸਰਕਾਰ ਨੇ ਤੇ ਇਹ ਵੀ ਬੜਾ ਜਿਹੜਾ ਹੈਗਾ ਉਹ ਸਵਾਗਤਯੋਗ ਕਦਮ ਹੈ। ਇਹਦੇ ਨਾਲ ਇੱਕ ਹੋਰ ਇੰਪੋਰਟੈਂਟ ਜਿਹੜੀ ਡਿਵੈਲਪਮੈਂਟ ਆ ਉਹ ਇਹ ਹੋਈ ਆ ਕਿ US ਸੁਪਰੀਮ ਕੋਰਟ ਦੇ ਵਿੱਚ 2 ਕੇਸ ਲੱਗੇ ਸੀ ਇਸ ਸਾਲ ਦੇ ਵਿੱਚ ਜਿਨ੍ਹਾਂ ਦਾ ਇਮੀਗ੍ਰੇਸ਼ਨ ਨਾਲ ਸੰਬੰਧ ਸੀ। ਇੱਕ ਤਾਂ ਬਾਰਡਰ ਵਾਲ ਦਾ ਕਿ ਜਿਹੜੀ ਕੰਧ ਬਣਾ ਰਿਹਾ ਸੀ ਟਰੰਪ ਉਹਦਾ ਮਤਲਬ ਪਹਿਲਾਂ ਡਿਸਟ੍ਰਿਕਟ ਕੋਰਟ ਨੇ ਰੋਕੀ ਫਿਰ ਉਹ 9 ਸਰਕਟ 'ਚ ਗਈ ਉਹਨੇ ਅਲਾਓ ਕਰਤੀ ਤੇ ਹੁਣ ਸੁਪਰੀਮ ਕੋਰਟ 'ਚ ਕੇਸ ਗਿਆ ਸੀ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ। ਤੇ ਉਹ ਜਿਹੜਾ ਕੇਸ ਆ ਉਹ ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਪਰਸਿਊ ਕਰ ਰਹੀ ਸੀ। ਬਾਇਡਨ ਐਡਮਿਨਿਸਟ੍ਰੇਸ਼ਨ ਨੇ ਲਿਖ ਕੇ ਦਿੱਤਾ ਵੀ ਇਹ 'ਚ ਕਿਸੇ ਓਰਲ ਆਰਗੂਮੈਂਟ ਦੀ ਕੇਸ ਨੂੰ ਅੱਗੇ ਤੁਰਨ ਦੀ ਲੋੜ ਨਹੀਂ ਕਿਉਂਕਿ ਇਹਦਾ ਜਿਹੜਾ ਹੈਗਾ ਉਹ ਕੋਈ ਮਤਲਬ ਅਸੀਂ ਇਹਨੂੰ ਜਿਹੜਾ ਖ਼ਤਮ ਕਰ ਰਹੇ ਹਾਂ। ਉਹਨਾਂ ਨੇ ਆਰਡਰ ਕਰਤਾ ਵੀ ਅਸੀਂ ਜਿਹੜੀ ਵਾਲ ਨਹੀਂ ਬਣਾਉਣੀ ਸੋ ਇਸ ਕਰਕੇ ਸਰਕਾਰ ਹੀ ਲੜ ਰਹੀ ਸੀ ਕਿ ਵਾਲ ਬਣਨੀ ਚਾਹੀਦੀ ਹੈ। ਹੁਣ ਸਰਕਾਰ ਨੇ ਕਹਿਤਾ ਵੀ ਅਸੀਂ ਇਹ ਵਾਲ ਨਹੀਂ ਬਣਾਉਣੀ ਸੋ ਸੁਪਰੀਮ ਕੋਰਟ ਦੇ ਕੋਲ ਉਹਨਾਂ ਨੇ ਇਹ ਗੱਲ ਲਿਖ ਕੇ ਦਿੱਤੀ। ਦੂਸਰਾ ਸੀਗਾ ਜਿਹੜਾ ਥਰਡ ਕੰਟਰੀਆਂ ਦੇ ਨਾਲ ਅਗਰੀਮੈਂਟ ਦਾ ਸੀਗਾ ਤੇ ਉਹਦੇ ਵਿੱਚ ਇਹ ਸੀਗਾ ਜਿਹੜਾ MPP ਪ੍ਰੋਗਰਾਮ ਆ ਉਹਦੇ ਅੰਦਰ ਵੀ ਜਿਹੜਾ ਬੰਦਾ ਇੱਥੇ ਆਉਂਦਾ ਬਾਹਰੋਂ ਉਹ ਬੰਦਾ ਪਹਿਲਾਂ ਜਿਹੜੀ ਕੰਟਰੀ 'ਚੋਂ ਆਇਆ ਉੱਥੇ ਅਸਾਈਲਮ ਅਪਲਾਈ ਕਰੇ। ਜਿਵੇਂ ਆਪਾਂ ਗੱਲ ਕਰਦੇ ਹਟੇ ਹਾਂ ਕਿ ਉਹਨਾਂ ਵਿੱਚ ਜਿਹੜੀ ਹੈਗੀ ਆ ਉਹ ਮੈਕਸੀਕੋ ਵੀ ਹੈਗਾ ਗੁਆਟੇਮਾਲਾ ਵੀ ਹੈਗਾ ਐਲ ਸੈਲਵਾਡੋਰ ਆ ਤੇ ਉਹ ਕੀ ਪਾਲਿਸੀ ਜਾਇਜ਼ ਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਜਿਹੜੇ ਖਾਸ ਕਰਕੇ ACLU ਵਾਲੇ ਉਹਨੂੰ ਫਾਈਟ ਕਰ ਰਹੇ ਸੀ ਵੀ ਇਹ ਗਲਤ ਹੈ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਲਾਅ ਨੇ ਅਮਰੀਕਾ ਦੇ ਉਹਨਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸਾਈਲਮ ਦੇ ਲਾਅ ਦੇ ਵਿੱਚ ਵੀ ਬੰਦਾ ਪਹਿਲਾਂ ਜਿੱਥੋਂ ਆਇਆ ਉੱਥੇ ਅਪਲਾਈ ਕਰਕੇ ਆਵੇ ਜਾਂ ਉੱਥੇ ਰਵੇ ਤੇ ਉਹ ਸੁਪਰੀਮ ਕੋਰਟ ਨੇ ਦੇਖਣਾ ਸੀ ਠੀਕ ਹੈ ਇਹ ਗਲਤ ਹੈ ਉਹਨੂੰ ਵੀ ਕਿਉਂਕਿ ਉਹ ਪਾਲਿਸੀ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ ਬਾਈਡਨ ਸਰਕਾਰ ਦੁਆਰਾ। ਇਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਕੇਸ ਨੂੰ ਵੀ ਅੱਗੇ ਤੁਰਨ ਦੀ ਲੋੜ ਨਹੀਂ ਤੇ ਇਹਦੀਆਂ ਓਰਲ ਆਰਗੂਮੈਂਟ ਕੈਂਸਲ ਕੀਤੀਆਂ ਜਾਣ ਤੇ ਸੁਪਰੀਮ ਕੋਰਟ ਨੇ ਇਸ ਵੀਕ ਇਹ ਦੋਨਾਂ ਕੇਸਾਂ ਦੀਆਂ ਜਿਹੜੀਆਂ ਆਰਗੂਮੈਂਟਸ ਨੇ ਉਹ ਕੈਂਸਲ ਕਰਤੀਆਂ। ਉਹ ਕੇਸ ਹੁਣ ਆਲਮੋਸਟ ਖਤਮ ਹੋ ਗਏ ਸੋ ਇਹ ਵੀ ਇੱਕ ਵੱਡੀ ਜਿਹੜੀ ਹੈਗੀ ਆ ਪ੍ਰਾਪਤੀ ਹੈ ਕਿਉਂਕਿ ਜੇ ਸੁਪਰੀਮ ਕੋਰਟ ਇਹਨਾਂ ਦੇ ਹੱਕ 'ਚ ਫੈਸਲਾ ਦੇਣ ਦੀ ਵੀ ਇਹ ਠੀਕ ਨੇ ਤਾਂ ਇੱਕ ਹੋਰ ਕੰਪਲੀਕੇਸ਼ਨ ਹੋ ਜਾਣੀ ਸੀਗੀ। ਸੋ ਇਹ ਵੀ ਇੱਕ ਵੱਡੀ ਖਬਰ ਇਸ ਹਫਤੇ ਦੀ ਆ। ਸੋ ਇਹ ਤਾਂ ਦੋਸਤੋ ਸਨ ਜਿਹੜੀਆਂ ਕਿ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਜਿਹੜਾ ਕਿ ਅੱਗੇ ਤੋਂ ਵੀ ਤੁਹਾਨੂੰ ਦੱਸਦੇ ਰਹਾਂਗੇ ਸਮੇਂ ਸਿਰ। ਤੇ ਇਹਦੇ ਨਾਲ ਹੁਣ ਤੁਹਾਡੇ ਕੋਈ ਸਵਾਲ ਆਏ ਨੇ ਤੇ ਉਹਨਾਂ ਦੇ ਮੈਂ ਜਵਾਬ ਜਿਹੜੇ ਹੈਗੇ ਆ ਉਹ ਦੇਣੇ ਚਾਹਾਂਗਾ ਪਰ ਇਹਦੇ ਨਾਲ ਤੁਹਾਨੂੰ ਬੇਨਤੀ ਆ ਵੀ ਜੇ ਕਿਸੇ ਦਾ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਕੁਐਸਚਨ ਆ ਉਹ ਮੈਨੂੰ ਤੁਸੀਂ ਇਸ ਵੀਡੀਓ ਥੱਲੇ ਜਿਹੜੇ ਹੈਗੇ ਆ ਉਹ ਕਰੋ ਜਾਂ ਮੈਨੂੰ ਈਮੇਲ ਕਰ ਦਿਓ jpsinghattorney@gmail ਤੇ ਜਾਂ ਮੇਰਾ ਫ਼ੋਨ ਨੰਬਰ ਹੈ 9179154142 ਉੱਤੇ ਕਰੋ ਜਾਂ ਈਮੇਲ ਕਰੋ ਤੇ ਮੈਂ ਤੁਹਾਨੂੰ ਜਵਾਬ ਜ਼ਰੂਰ ਦਊਂਗਾ ਇਸ ਪ੍ਰੋਗਰਾਮ ਦੇ ਰਾਹੀਂ। ਹੁਣ ਜਿਹੜੇ ਇੰਪੋਰਟੈਂਟ ਸਵਾਲ ਨੇ ਕੁਛ ਉਹ ਮੈਂ ਲੈ ਲਾਂ। ਇੱਕ ਤਾਂ ਇਹ ਆ ਕਿ ਕਈ ਬੰਦਿਆਂ ਨੇ ਪੁੱਛਿਆ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਅਸੀਂ ਅਪਲਾਈ ਕੀਤਾ ਸਾਨੂੰ ਸਾਲ ਹੋ ਗਏ ਤਾਂ ਕੁਛ ਨਹੀਂ ਆਇਆ। ਉਹਦੇ ਬਾਰੇ ਇਹ ਆ
कि कोविड करके जिहड़ी इंटरव्यूआं हैगियां बड़ियां घट कर रही है, US इंटरव्यूआं हो रही ने पर बड़ियां घट ने, तो ਉਹਦਾ रीज़न हैगा कि सोशल डिस्टेंसिंग करनी पैंदी आ, तो कुछ जिहड़ी ट्रंप एडमिनिस्ट्रेशन की भी नीति सी भी घट होवे ਉਹਦੇ करके हुण साल तो उत्ते टाइम लग रहा इंटरव्यू का। सो जिन्हां ने 2019 नवंबर दसंबर च अप्लाई किया उन्हां दी इंटरव्यूआं हुण आ रही ने। सो लेकिन ये प्रोसैस नूं सिंपलीफाई करने वास्ते ही एग्जैक्टिव ऑर्डर इस वीक किया प्रेजिडेंट ट्रंप ने भी किद्दां इहनूं तेज़ किया जाए तो ईजी किया जाए। अगले 3-4 महीनों के विच एक नवीं पॉलिसी सरकार देगी, हो सकता पहलां भी दे देवे तो वो प्रोसैस तेज़ होएगा, पर एज ऑफ नाउ इहनूं 1 साल लग रहा। तो एक सवाल जिहड़ा वो हो रहे सी भी जिहड़ियां आह कैटेगरियां दे उत्ते बैन लाया सीगा प्रेजिडेंट ट्रंप ने, जिन्हां विच F4 कैटेगरी भरा भैन की कैटेगरी आ, जिहड़ा US सिटीजन की जां माँ बाप की कैटेगरी आ, उन्हां दा की बनिया। देखो जिवें आपां पहलां दस्सिया कि ट्रंप ने इन्हां दे पहलां अप्रैल तो जून तक बैन लाया, फिर बैन लाया जून तो दसंबर तक, फिर वो जांदा जांदा वधा गया मार्च 31 तक। जिहड़ा बाइडन मतलब हैगी एडमिनिस्ट्रेशन उन्हें इहदे बारे जे कोई डिसीजन नहीं लिया। सो प्रेजिडेंट बाइडन ने अजे इहदे बारे एग्जैक्टिव ऑर्डर नहीं किया कि उस बैन नूं खत्म करन दा। सो एज इफ नाउ वो बैन जिहड़ा स्टैंड कर रहा वो 31 मार्च तक है, तो ये लगता नहीं कि बाइडन उन्होंने एक्सटेंड करनगे। सो वो एक्सटेंड नहीं होएगा तो 31 मार्च तो बाद जो खत्म हो जाता 1 अप्रैल तो ये कैटेगरियां शुरू हो जाएगियां। पर जे बाइडन ने वो पहला खत्म करता, उन्होंने प्रैशर हैगा मतलब कई ग्रुप्स का भी इनू तुसीं इस एग्जैक्टिव ऑर्डर नूं भी खत्म करो, तो फिर हो सकता वो जिहड़ा पहला शुरू हो जाए, तो नहीं 1 अप्रैल तो शुरू ये कैटेगरियां दोबारा होणगियां। हुण जिहड़ी F4 की कैटेगरी सी जिथे चल रही सी 2005 चलदा सी उत्थे उत्थों ही शुरू होएगी, तो हुण देखा जाएगा भी किन्नी कुछ फास्ट हुंदी आ। तो उन्हां विचों हुण कईयां दे जिहड़े बच्चे ने वो 21 साल तो उपर हो गए, तो वो की करन उन्हां बारे आ भी एक चाइल्ड स्टैटस प्रोटैक्शन एक्ट के अंडर उन्हां दा अप्लाई किया जा सकदा जिहड़ा 21 तो उपर हो गया। जे उहदी कैलकुलेशन दे विच आउंदे आ, उहदी एक खास कैलकुलेशन हुंदी आ, जे उस कैलकुलेशन के तहत आउंदे आ तो उन्हां नूं 21 तो उपर होयां नूं भी जे अनमैरिड ने तो आउण दा मौका इत्थे मिल सकदा, तो वो चाइल्ड स्टैटस प्रोटैक्शन एक्ट के अंडर परस्यू करना पेगा। तो एक सवाल दोस्तों होर सी, वो सीगा असैलम के वर्क परमिट बारे कि ये जिहड़े वर्क परमिट ने इहदी हुण की पॉलिसी आ। देखो अजे तक तो जिहड़ी पॉलिसी आ वो उही चल रही है जिहड़ी कि प्रेजिडेंट ट्रंप ने कीती सी, वो हुण चेंज नहीं हुई। पर आउंदे दिनां दे विच जिहड़े होमलैंड सिक्योरिटी के सैकटरी कन्फर्म अजे हुणे ही होए ने इस लास्ट वीक ही, वो इहनूं मतलब चेंज करनगे। तो वो पॉलिसी बेसिकली इन्होंने अगस्त दे विच रूल चेंज कीता सी भी जिहड़ा बंदे नूं असैलम अप्लाई कीते नूं 6 महीने हो गए उन्होंने 1 साल की वेट करनी पेगी 6 महीने की बजाय। अगे हुंदा सी भी 6 महीने बाद कर सकदा। ਉਹਦੇ अगेंस्ट CSA ਤੇ ASAP ਜਿਹੜੀਆਂ ਹੈਗੀਆਂ ਇੱਥੇ नॉन प्रॉफिट ऑर्गेनाइजेशनस इन्होंने केस किया ट्रंप एडमिनिस्ट्रेशन के खिलाफ, तो कोर्ट ने स्टे करता, पर स्टे सिर्फ उन्होंने मैंबरां लई कीता जिहड़े कि उन्होंने मैंबर ने। सो जिहड़ा बंदा ASAP का मैंबर बनता वो मैंबरशिप लैके वो 6 महीने बाद ही वर्क परमिट कर सकता, उन्होंने साल की वेट करने की लोड़ नहीं। जिहड़ा उहदा मैंबर नहीं बनता उन्हें 1 साल वेट करनी पेगी। सो ये अजे तक यही आ। बाकी जिहड़ी डिले हैगी वर्क परमिट रिन्यूअल की, जिवें किसी नूं आया वर्क परमिट 2 साल का उन्हें रिन्यू कराना, वो अजे भी 6 तो 8 महीने की डिले हैगी है, 6-6 महीने चल रही है। उहदे विच अजे कोई फास्ट करन दी इंप्लीमेंटेशन नहीं की गई। पर आउंदे दिनां दे विच मैनूं लगदा कि जिहड़े होमलैंड सिक्योरिटी के नवें सैकटरी बने ने इहनूं एड्रैस करनगे ते इहनूं फास्ट करनगे। पर अजे तक ये सिस्टम उदां ही चल रहा, तो उह च डिले हैगी आ स्टिल। कुछ जिहड़े सवाल आए सज्जणा दे वो असैलम दीयां डेटां बारे आए आ। एक ने कहा कि जी साडा असैलम की जिहड़ी मास्टर हेयरिंग डेट सीगी वो पहला पिछले साल सी जून दे विच, फिर वो जनवरी च होगी, हुण गांह होगी। इहदा की आ देखो जिहड़ियां इमीग्रेशन कोर्ट्स खुल्लियां ने न्यूयॉर्क तो बिना, उहदी कोर्ट अजे तक भी बंद आ, पर बाकी सारियां खुल्लियां। उहदे विच जिहड़ियां फाइनल डेटां ने इंडिविजुअल कर रहे हैं, वो भी कुछ जे हुण फर्ज करो 10 केस लगे ने, उह 'चों 3 ही सुणदे ने, बाकी वो अगे करी जा रहे डेटा अपने आप। सो इहदे ते केस से कोई इफैक्ट नहीं, जिहड़ा एप्लीकेंट आ जिन्हें असैलम दा कीता उत्ते कोई इफैक्ट नहीं। ये क्योंकि जिहड़ा कोविड दे रिलेटेड आ कि ये करके आ, क्योंकि वो ये देख रहे हैं भी सारिਆਂ ਨੂੰ वैक्सीनेशन लग जाए। सो जे जून जुलाई तक ਜਾਂ अगस्त तक कह लो भी ऑलमोस्ट हरेक बंदे ਨੂੰ ਇੱਥੇ वैक्सीनेशन लग जाती आ, ਤਾਂ ਉਹਦੇ ਨਾਲ ਫਿਰ ज़्यादा ਜਿਹੜਾ ਹੈਗਾ ਚਾਂਸ ਹੋ ਜਾਊਗਾ ਵੀ ਕੋਰਟ ਓਪਨ ਹੋ ਸਕਦੀ ਹੈ, ज़्यादा ਬੰਦੇ ਇੱਕ ਥਾਂ ਬਹਿ ਸਕਦੇ। ਜਿਵੇਂ ਹੁਣ ਤਾਂ ਉਹ ਕੋਰਟਾਂ ਦੇ ਵਿੱਚ ਥਾਂ ਮਤਲਬ ਘੱਟ ਹੁੰਦੀ ਹੈ, ਜਿੰਨੀਆਂ ਮੋਸਟਲੀ ਇਮੀਗ੍ਰੇਸ਼ਨ ਕੋਰਟਾਂ ਨੇ ਉਹ ਸਾਰੀਆਂ ਬੰਦ ਨੇ, ਜਿੱਥੇ ਕਿ ਕੋਈ ਬਾਹਰੋਂ ਹਵਾ ਨਹੀਂ ਆਉਂਦੀ, ਕੋਈ ਬਾਰੀ ਤੱਕ ਹੀ ਨਹੀਂ ਖੁੱਲ੍ਹਦੀ। ਤਾਂ ਉਹਦੇ ਕਰਕੇ ਇੱਕ ਬੰਦੇ ਨੂੰ ਵੀ ਕੋਵਿਡ ਹੋਇਆ ਉੱਥੇ ਹੋਵੇ, ਉਹ ਸਾਰਿਆਂ ਨੂੰ ਕਰ ਸਕਦਾ। सो इस करके उत्थे इकट्ठ नहीं किया जाता। तो मास्टर डेटा के एक टाइम पर 50-50 60-60 बंदे डेटा होंगे एक कोर्ट च।
तो इन्ने बंदिਆਂ ਨੂੰ ਉਹ नहीं ਹੁਣ ਅੰਦਰ ਲਿਜਾ ਸਕਦੇ, ਉਹਦੇ ਕਰਕੇ ਉਹ ਇਹਨੂੰ ਪੋਸਟਪੋਨ ਕਰ ਰਹੇ ਨੇ। ਸੋ ਜਿਹੜੀਆਂ ਹੁਣ ਜਨਵਰੀ 'ਚ ਸੀਗੀਆਂ ਉਹ ਗਾਂਹ ਹੋ ਗਈਆਂ ਨੇ, ਫਰਵਰੀ 'ਚ ਸਾਨੂੰ ਉਮੀਦ ਹੈ ਇਹ ਵੀ ਅੱਗੇ ਹੋਣਗੀਆਂ ਤੇ ਇਹ ਜੂਨ ਜੁਲਾਈ ਤੋਂ ਬਾਅਦ ਜਾਣਗੀਆਂ। ਇੰਡੀਵਿਜੂਅਲ ਡੇਟਾਂ ਹੋ ਰਹੀਆਂ ਨੇ ਤੇ ਇਹਦੇ ਨਾਲ ਅੱਗੇ ਚੱਲ ਕੇ, ਪਰ ਇਹ ਆ ਵੀ ਜਿਨ੍ਹਾਂ ਦੇ ਕੇਸ ਹੋ ਰਹੇ ਨੇ ਉਹਦੀ ਪਾਸਿੰਗ ਪਰਸੈਂਟੇਜ ਬਹੁਤ ਜ਼ਿਆਦਾ, ਤਕਰੀਬਨ 90% ਤੋਂ ਉੱਤੇ ਆ। ਸਾਡੇ ਆਪਣੇ ਆਫਿਸ ਦੇ ਆਹ ਮਹੀਨਾ ਜਿਹੜਾ ਜਨਵਰੀ ਦਾ ਲੰਘਿਆ 4 ਫਾਈਨਲ ਡੇਟਾਂ ਪਈਆਂ ਇੰਡੀਵਿਜੂਅਲ ਤੇ 4 ਕੇਸ ਪਾਸ ਹੋਏ ਆ। ਸੋ ਇਸ ਕਰਕੇ ਉਹਦਾ ਕਾਰਨ ਇੱਕ ਤਾਂ ਇਹ ਹੈਗਾ ਕਿ ਜਿਹੜੇ ਇੰਡੀਆ ਦੇ ਹਾਲਾਤ ਨੇ ਉਹ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਹੈਗੇ ਆ ਉਹਦਾ ਵੀ ਆ, ਤੇ ਕੁਛ ਜਿਹੜੀ ਬਾਕੀ ਜਿਹੜੀ ਕਲਾਇੰਟ ਆ ਜਿਹਦਾ ਕੇਸ ਹੁੰਦਾ ਉਹਦੀ ਜਿਹੜੀ ਹੈਗੀ ਆ ਉਹਦੇ ਕੋਲ ਕੀ ਡਾਕੂਮੈਂਟੇਸ਼ਨ ਆ, ਉਹਦਾ ਕੇਸ ਦਾ ਕਲੇਮ ਕੀ ਆ ਤੇ ਕਿੰਨਾ ਕੁ ਸੋਲਿਡ ਕਲੇਮ ਆ, ਕਿੰਨੀ ਕੋਈ ਤਿਆਰੀ, ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ। ਤੇ ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਪਾਸਿੰਗ ਪਰਸੈਂਟੇਜ ਅੱਗੇ ਨਾਲੋਂ ਜ਼ਿਆਦਾ ਕੇਸ ਪਾਸ ਹੋ ਰਹੇ ਆ। ਤੇ ਪਰ ਇਹ ਆ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕੋਵਿਡ ਦਾ ਜਿਹੜਾ ਪ੍ਰਕੋਪ ਘਟੇਗਾ ਤਿਉਂ ਜਿਹੜਾ ਹੈਗਾ ਸਿਸਟਮ ਹੋਰ ਨੋਰਮਲਾਈਜ਼ ਹੋਏਗਾ। ਸੋ ਇਹ ਸਨ ਤੁਹਾਡੇ ਸਵਾਲ। ਬਾਕੀ ਜੋ ਵੀ ਹੁਣ ਅੱਗੇ ਤੋਂ ਸਵਾਲ ਆਏਗਾ ਮੈਂ ਉਹਦਾ ਜਵਾਬ ਦਿਆਂਗਾ ਤੇ ਇਹਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਕਰਦੇ ਹਾਂ। ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਦੇਖੋਗੇ ਤੇ ਸਾਨੂੰ ਜਿਹੜਾ ਉਹ ਆਪਣਾ ਪਿਆਰ ਤੇ ਸਤਿਕਾਰ ਬਖਸ਼ੋਗੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।